ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਤੇ ਦੂਜੇ ਪਾਸੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਜੁੜ ਗਏ ਨੇ। ਉੱਘੇ ਜਰਨਲਿਸਟ ਨੇ, ਲੰਬੇ ਸਮੇਂ ਤੋਂ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੀ ਨਹੀਂ, ਹੋਰ ਵੀ ਦੁਨੀਆ ਭਰ ਵਿੱਚ ਵੱਖਰੇ ਵੱਖਰੇ ਜਿਹੜੇ ਰੇਡੀਓ ਜਾਂ ਟੀਵੀ ਸਟੇਸ਼ਨ ਨੇ ਉਹਨਾਂ ਰਾਹੀਂ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੁੰਦੇ ਰਹਿੰਦੇ ਹੋ। ਬੜੀ ਬੈਲੈਂਸ ਉਹਨਾਂ ਦੀ ਅਪਰੋਚ ਹੁੰਦੀ ਹੈ ਜੀ। ਔਰ ਕਿਤੇ ਵੀ ਅਸੀਂ ਭਾਵੁਕ ਹੋ ਕੇ ਜਾਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ 'ਚ ਸ਼ਾਮਲ ਹੋਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਸੋ ਅਸੀਂ ਬੜੇ ਤਹੱਮਲ ਨਾਲ, ਧੀਰਜ ਨਾਲ ਸਾਰੀਆਂ ਖਬਰਾਂ ਨੂੰ ਪੜ੍ਹ ਕੇ, ਸੁਣ ਕੇ ਫਿਰ ਆਪਣੀ ਰਾਏ ਬਣਾਉਂਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿਹੜੀ ਵੀ ਖਬਰ ਅਸੀਂ ਪਹੁੰਚਾਈਏ ਉਹ ਪੂਰੀ ਤਰ੍ਹਾਂ ਨਾਲ ਨਿਰਪੱਖ ਤੇ ਬੈਲੈਂਸਡ ਹੋਵੇ, ਨਾ ਕਿ ਇੱਕ ਪਾਸੜ ਜਾਂ ਕਿਸੇ ਇੱਕ ਧਿਰ ਦਾ ਅਸੀਂ ਉਹਦੇ ਵਿੱਚ ਕੋਈ ਜਿਹੜਾ ਆ ਉਹ ਪੱਖਪਾਤ ਕਰ ਸਕੀਏ। ਸੋ ਸਭ ਤੋਂ ਪਹਿਲਾਂ ਤਾਂ ਦਸਾਂਝ ਸਾਹਿਬ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਉਹਨਾਂ ਦੇ ਚੰਗੇ ਜਰਨਲਿਜ਼ਮ ਲਈ ਵੀ ਉਹਨਾਂ ਦਾ ਵੈਲਕਮ ਕਰਦੇ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਤੇ ਟੀਵੀ ਪੰਜਾਬੀ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਬਸ ਇੱਕੋ ਗੱਲ ਕਹਿਣੀ ਹੈ, ਇੱਕ ਤਾਂ ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੁਸੀਂ ਬਹੁਤ ਪਿਆਰ ਨਾਲ, ਮੁਹੱਬਤ ਨਾਲ ਨਿਵਾਜਦੇ ਹੋ, ਤੇ ਨਾਲ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਜਿਹੜੇ ਸਾਨੂੰ ਇੰਨੀ ਮੁਹੱਬਤ ਕਰਦੇ ਆ। ਪਰ ਇੱਕੋ ਗੱਲ ਕਹਿਣੀ ਆ ਵੀ ਇਹ ਨਹੀਂ ਹੈ ਕਿ ਸਾਡਾ ਕੋਈ ਧੜਾ ਨਹੀਂ ਹੈ ਜਾਂ ਸਾਡੀ ਕੋਈ ਧਿਰ ਨਹੀਂ ਹੈ, ਪਰ ਮੈਂ ਕਹਿੰਦਾ ਹੁੰਦਾ ਕਿ ਸਾਡੀ ਧਿਰ ਹੈ। ਸਾਡੀ ਧਿਰ ਤੁਸੀਂ ਹੋ ਜਿਹੜੇ ਸਾਨੂੰ ਦੇਖ ਸੁਣ ਰਹੇ ਹੋ। ਕਹਿਣ ਤੋਂ ਭਾਵ ਸਾਡੀ ਧਿਰ ਸਾਡੇ ਲੋਕ ਨੇ। ਇਸ ਕਰਕੇ ਅਸੀਂ ਕਿਸੇ ਖਾਸ ਪਰਸਨੈਲਿਟੀ ਜਾਂ ਕਿਸੇ ਸਿਆਸਤਦਾਨ ਜਾਂ ਕਿਸੇ ਪਾਰਟੀ ਦਾ ਪੱਖ ਨਹੀਂ ਪੂਰਦੇ, ਤੇ ਨਾ ਹੀ ਕਿਸੇ ਦੇ ਜਾਣ-ਬੁੱਝ ਕੇ ਅਸੀਂ ਵਿਰੋਧ 'ਚ ਜਾਂਦੇ ਹਾਂ ਵੀ ਨਹੀਂ ਇਸ ਬੰਦੇ ਦਾ ਵਿਰੋਧ ਕਰਨਾ ਹੀ ਕਰਨਾ। ਅਸੀਂ ਸਿਰਫ ਤੇ ਸਿਰਫ ਜੋ ਲੋਕਾਂ ਦੇ ਭਲੇ ਵਾਸਤੇ ਠੀਕ ਹੈ ਉਹਨੂੰ ਧਿਆਨ 'ਚ ਰੱਖਦਿਆਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਇਹਦੇ 'ਚ ਤੁਸੀਂ ਸਦਾ ਹੀ ਸਾਡਾ ਸਾਥ ਦਿੱਤਾ ਹੈ ਤੇ ਟੀਵੀ ਪੰਜਾਬੀ ਦੁਨੀਆ ਇਹਦੇ ਲਈ ਤੁਹਾਡਾ ਮਸ਼ਕੂਰ ਹੈ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਹੁਣ ਤੱਕ ਦੀ ਜਿਹੜੀ ਸਾਡੀ ਜਿਸ ਤਰ੍ਹਾਂ ਦੀ ਜਰਨਲਿਜ਼ਮ ਰਹੀ ਹੈ ਉਹਨੂੰ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਅੱਗੇ ਲੈ ਕੇ ਜਾਈਏ ਤੇ ਸੱਚ ਨੂੰ ਸੱਚ ਕਹਿਣ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਇਸੇ ਤਰ੍ਹਾਂ ਕਾਇਮ ਰੱਖੀਏ ਜੀ। ਜੀ ਥੈਂਕ ਯੂ ਜੀ, ਬਹੁਤ ਵਧੀਆ, ਚੰਗੇ ਸ਼ਬਦਾਂ ਲਈ ਤੁਹਾਡਾ ਧੰਨਵਾਦ। ਦਸਾਂਝ ਸਾਹਿਬ, ਖਬਰਾਂ ਤਾਂ ਇੰਟਰਨੈਸ਼ਨਲ ਵੀ ਕਾਫੀ ਨੇ, ਪਰ ਪਹਿਲਾਂ ਮੈਂ ਤੁਹਾਡੇ ਨਾਲ ਪੰਜਾਬ ਦੀਆਂ ਖਬਰਾਂ 'ਚ, ਕਿਉਂਕਿ ਬੜੀ ਦਿਲਚਸਪ ਖਬਰਾਂ ਨੇ, ਉਹਦੇ 'ਤੇ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਦਾ ਪਾਰਟੀ ਛੱਡਣਾ, ਨਵੀਂ ਪਾਰਟੀ ਬਣਾਉਣਾ ਅਤੇ ਅਸਤੀਫਾ ਆਖਰਕਾਰ ਭੇਜ ਦੇਣਾ, ਜਿਹੜਾ ਉਹਨਾਂ ਲਟਕਾ ਕੇ ਰੱਖਿਆ ਹੋਇਆ ਸੀ। ਕੱਲ੍ਹ ਤੱਕ ਲੋਕ ਕਿਆਸੇ ਲਾ ਰਹੇ ਸੀਗੇ, ਕਈ ਕਨਸੂਆਂ ਆ ਰਹੀਆਂ ਸੀ ਕਿ ਕੈਪਟਨ ਸਾਹਿਬ ਨੂੰ ਅੰਦਰ ਖਾਤੇ ਫਿਰ ਮਨਾਉਣ ਦੀ ਕੋਸ਼ਿਸ਼ ਆ, ਸ਼ਾਇਦ ਸਿੱਧੂ ਨੂੰ ਕਿਨਾਰੇ ਕਰਕੇ ਕੈਪਟਨ ਨੂੰ ਫਿਰ ਜਿਹੜਾ ਵਾ ਮੇਨ ਜਿਹੜਾ ਇੱਕ ਵਾਰੀ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਸੇ ਹੋਰ ਰੰਗ ਰੂਪ ਦੇ ਵਿੱਚ ਲਿਆ ਕੇ। ਪਰ ਆਖਰਕਾਰ ਉਹ ਅਲਵਿਦਾ ਕਹਿ ਗਏ ਪਾਰਟੀ ਨੂੰ। ਅੱਜ ਲੰਬੀ ਚੌੜੀ ਚਿੱਠੀ ਲਿਖੀ, ਉਹਦੇ ਵਿੱਚ ਉਹਨਾਂ ਬੜੀ ਭੜਾਸ ਕੱਢੀ। ਇੱਥੋਂ ਤੱਕ ਉਹਨਾਂ ਕਿਹਾ ਕਿ ਮੇਰੇ ਨਾਲ ਤੁਸੀਂ 1975 ਵਾਲੀ ਐਮਰਜੈਂਸੀ ਵਾਲੀ ਸਰਕਸ ਜਿਹੜੀ ਆ ਉਹ ਖੇਡੀ ਆ। ਨਵਜੋਤ ਸਿੱਧੂ ਹੋਰਾਂ ਨੂੰ ਤਾਂ ਸਿੱਧੇ ਤੌਰ 'ਤੇ ਬਹੁਤ ਕੁਝ ਕਹਿ ਹੀ ਰਹੇ ਨੇ, ਔਰ ਹੋਰ ਕਈ ਐਸੀਆਂ ਗੱਲਾਂ 'ਚ ਅੱਗੇ ਚੱਲ ਕੇ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਕੈਪਟਨ ਸਾਹਿਬ ਦਾ ਪਾਰਟੀ ਨੂੰ ਅਲਵਿਦਾ ਕਹਿਣਾ, ਆਪਣੀ ਪਾਰਟੀ ਬਣਾਉਣਾ ਅਤੇ ਫਿਰ ਉਹਦੀਆਂ ਸੰਭਾਵਨਾਵਾਂ, ਉਹਦੇ 'ਤੇ ਤੁਹਾਡੇ ਕੀ ਵਿਚਾਰ ਨੇ? ਦੇਖੋ ਜੀ, ਨੰਬਰ ਇੱਕ ਤਾਂ ਇਹ ਆ ਕਿ ਕੈਪਟਨ ਅਮਰਿੰਦਰ ਨੇ ਕਾਫੀ ਲੰਮਾ ਸਮਾਂ ਲੈ ਲਿਆ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਨੂੰ। ਅਸੀਂ ਜਿਹੜੀ ਗੱਲ ਕਰਦੇ ਰਹੇ ਹਾਂ ਉਹ ਅਸਲ 'ਚ ਇਸ ਕਿਤੇ ਨਾ ਕਿਤੇ ਮਾਰ ਤੇ ਸੀ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਪਾਰਟੀ ਚੋਂ ਬਾਹਰ ਕਰ ਹੀ ਦਿੱਤੇ ਜਾਣਗੇ ਜਿੱਦਾਂ ਦੀਆਂ ਸਥਿਤੀਆਂ ਬਣਦੀਆਂ ਰਹੀਆਂ। ਪਰ ਕੱਲ ਜੋ ਘਟਨਾ ਚੱਕਰ ਹੋਇਆ, ਮਤਲਬ 12-13 ਘੰਟਿਆਂ ਦੇ ਵਿੱਚ ਜੋ ਕੁਝ ਹੋਇਆ, ਨਵਜੋਤ ਸਿੰਘ ਸਿੱਧੂ ਤੇ ਪੰਜਾਬ ਸਰਕਾਰ ਦੇ ਦਰਮਿਆਨ ਤਕਰਾਰ, ਜਾਂ ਕਹਿ ਲਓ ਵੀ ਇੱਕ ਪਾਸੜ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਸਰਕਾਰ ਦੇ ਉੱਤੇ ਬਹੁਤ ਜ਼ਬਰਦਸਤ ਹਮਲਾ, ਤੇ 12 ਘੰਟੇ ਬਾਅਦ ਹੀ ਚਰਨਜੀਤ ਸਿੰਘ ਚੰਨੀ ਦੇ ਨਾਲ ਕੇਦਾਰਨਾਥ ਦੀ ਯਾਤਰਾ। ਉਹਨੇ ਸ਼ਾਇਦ ਕੈਪਟਨ ਅਮਰਿੰਦਰ ਵਾਸਤੇ ਸਥਿਤੀਆਂ ਬਿਲਕੁਲ ਸਪਸ਼ਟ ਕਰ ਦਿੱਤੀਆਂ ਵੀ ਇਹ ਜੋ ਕੁਝ ਵੀ ਹੋ ਰਿਹਾ ਹੈ ਕਾਂਗਰਸ ਹਾਈਕਮਾਨ ਦੀ ਮਰਜ਼ੀ ਦੇ ਨਾਲ ਹੋ ਰਿਹਾ, ਤੇ ਨਵਜੋਤ ਸਿੰਘ ਸਿੱਧੂ ਜਿਹੜੇ ਹੈ
ਉਹ ਜੋ ਵੀ ਕਰ ਰਹੇ ਨੇ ਉਹਨੂੰ ਪੂਰੀ ਤਰ੍ਹਾਂ ਸ਼ਾਇਦ ਥਾਪੜਾ ਆ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੀਤੀਆਂ ਜਾ ਰਹੀਆਂ। ਤੇ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਲੇ ਵੀ ਹਾਈ ਕਮਾਨ ਜਾਂ ਕਾਂਗਰਸ ਦੇ ਜਿਹੜੇ ਵੱਡੇ ਆਗੂ ਨੇ ਜਾਂ ਪਰਿਵਾਰ ਹੀ ਆ ਕਾਂਗਰਸ ਦਾ, ਪ੍ਰਿੰਕਾ ਤੇ ਰਾਹੁਲ ਗਾਂਧੀ, ਉਹ ਵਰਤ ਰਹੇ ਨੇ ਤੇ ਉਹਨੂੰ ਹਾਲੇ ਵਰਤਣਾ ਜਾਰੀ ਉਹਨਾਂ ਨੇ ਰੱਖਣਾ ਹੈ। ਤੇ ਮੇਰੀ ਸਪੇਸ ਹੁਣ ਕਾਂਗਰਸ 'ਚ ਇਸ ਲਿਹਾਜ਼ ਦੇ ਨਾਲ ਕੋਈ ਬਚੀ ਨਹੀਂ ਤੇ ਉਹਨਾਂ ਨੇ ਆਖਿਰਕਾਰ 7 ਸਫ਼ਿਆਂ ਦਾ ਅਸਤੀਫਾ ਤਿਆਰ ਕਰ ਲਿਆ ਤੇ ਉਹ ਤਿਆਰ ਕਰਕੇ ਭੇਜ ਦਿੱਤਾ ਮੈਡਮ ਸੋਨੀਆ ਗਾਂਧੀ ਨੂੰ। ਉਹਨਾਂ ਨੂੰ ਮੁਖਾਤਬ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਹ ਸਾਰੀਆਂ ਗੱਲਾਂ ਉੱਚ ਕਹੀਆਂ, ਬੜੇ ਤਿੱਖੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ, ਜਿਹੜੀਆਂ ਦੋ ਹੀ ਗੱਲਾਂ ਪ੍ਰਮੁੱਖ ਤੌਰ ਤੇ ਉੱਭਰ ਕੇ ਆਉਂਦੀਆਂ ਵੀ ਇੱਕ ਤਾਂ ਮੈਨੂੰ ਅਪਮਾਨਿਤ ਕੀਤਾ ਗਿਆ ਤੇ ਕਾਂਗਰਸ ਹਾਈ ਕਮਾਨ ਇਹਦੇ ਲਈ ਸਿੱਧੇ ਤੌਰ ਤੇ ਦੋਸ਼ੀ ਹੈ। ਤੇ ਦੂਜੀ ਗੱਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਹੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਨੇ ਬਾਰ-ਬਾਰ ਮੈਨੂੰ ਬੇਇੱਜ਼ਤ ਕੀਤਾ, ਮੈਂ ਉਹਦੇ ਪਿਤਾ ਦੀ ਉਮਰ ਦਾ, ਪਰ ਉਹਦੇ ਬਾਵਜੂਦ ਮੈਨੂੰ ਬੇਇੱਜ਼ਤ ਕੀਤਾ, ਬਾਰ-ਬਾਰ ਮੇਰੇ ਖਿਲਾਫ ਬਿਆਨਬਾਜ਼ੀ ਕੀਤੀ। ਤੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਉਹਨੂੰ ਮਤਲਬ ਉਹਦੇ ਤੇ ਐਕਸ਼ਨ ਲੈਣ ਦੀ ਥਾਂ ਜਾਂ ਰੋਕਣ ਦੀ ਥਾਂ ਦੇ ਉੱਤੇ ਉਹਦੀ ਹਮਾਇਤ ਕੀਤੀ। ਤੇ ਇਸ ਕਰਕੇ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਟਿੱਪਣੀਆਂ ਵਿੱਚ ਉਹਦੇ ਕੀਤੀਆਂ ਕਿ ਮੈਨੂੰ ਪੂਰੀ ਤਰ੍ਹਾਂ ਅਪਮਾਨਿਤ ਕਰਕੇ ਕਾਂਗਰਸ ਪਾਰਟੀ ਚੋਂ ਕੱਢਿਆ ਗਿਆ ਤੇ ਇਸ ਕਰਕੇ ਹੁਣ ਮੇਰਾ ਕਾਂਗਰਸ ਪਾਰਟੀ 'ਚ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ। ਆਪਣਾ ਟੋਟਲ ਜਿਹੜਾ ਰਾਜਨੀਤਿਕ ਸਫ਼ਰ ਹੈ ਉਹਦਾ ਵਿਸਥਾਰ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ। ਹੁਣ ਮਸਲਾ ਇਹ ਹੈ ਕਿ ਉਹ ਚਲੇ ਗਏ ਨੇ ਕਾਂਗਰਸ ਪਾਰਟੀ, ਜਿਸ ਗੱਲ ਦੀ ਉਡੀਕ ਆਪਾਂ ਕਰ ਰਹੇ ਸੀ ਉਹ ਕਾਂਗਰਸ ਪਾਰਟੀ 'ਚ ਕੀ ਕਰ ਰਹੇ, ਜੇ ਕਾਂਗਰਸ ਪਾਰਟੀ ਤੋਂ ਬਾਹਰ ਜਾ ਕੇ ਉਹਨਾਂ ਨੇ ਪਾਰਟੀ ਬਣਾਉਣੀ ਹੈ ਤਾਂ ਕੀ ਕਰ ਰਹੇ ਨੇ, ਉਹ ਉਡੀਕ ਉਹਨਾਂ ਨੇ ਖਤਮ ਕਰਤੀ ਹੈ। ਪਰ ਜਿਸ ਢੰਗ ਨਾਲ ਉਹਨਾਂ ਨੇ ਇਹ ਅਸਤੀਫਾ ਦਿੱਤਾ ਤੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਵੀ ਉਹ ਨਵੀਂ ਪਾਰਟੀ ਬਣਾਉਣਗੇ, ਬਣਾਈ ਤਾਂ ਪਾਰਟੀ ਦਿਖਾਈ ਨਹੀਂ ਦਿੱਤੀ ਹਾਲੇ, ਕਿਉਂਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੈ। ਉਹਨਾਂ ਦੀ ਪਾਰਟੀ ਦੇ ਨਾਲ ਕੌਣ ਕੌਣ ਹੋਏਗਾ, ਕਿਹੜੇ ਲੋਕ ਹੋਣਗੇ, ਜਿੱਦਾਂ ਪਾਰਟੀ ਲਾਂਚ ਕਰੀ ਦੀ ਹੈ ਉਸ ਤਰ੍ਹਾਂ ਤਾਂ ਨਹੀਂ ਹੈ। ਹਾਲੇ ਤਾਂ ਪਾਰਟੀ ਦਾ ਨਾਂ ਹੀ ਅਨਾਉਂਸ ਕੀਤਾ, ਜਿਹਦੇ ਬਾਰੇ ਕਿਹਾ ਜਾ ਰਿਹਾ ਸੀ ਵੀ ਉਹਨਾਂ ਨੇ ਪਾਰਟੀ ਦਾ ਨਾਂ ਕਿਉਂ ਲੁਕੋ ਲਿਆ। ਤੇ ਅਸੀਂ ਉਦੋਂ ਵੀ ਕਿਹਾ ਸੀ ਕਿ ਸ਼ਾਇਦ ਉਹ ਉਡੀਕ ਕਰ ਰਹੇ ਨੇ, ਪਰ ਅਸੀਂ ਨਾਲ ਦੀ ਨਾਲ ਦੱਸ ਦਿੱਤਾ ਸੀ ਵੀ ਉਹ ਜਦੋਂ ਵੀ ਆਪਣੀ ਪਾਰਟੀ ਦਾ ਨਾਂ ਅਨਾਉਂਸ ਕਰਨਗੇ ਤੇ ਉਹਦੇ 'ਚ ਕਾਂਗਰਸ ਲਫ਼ਜ਼ ਜ਼ਰੂਰ ਵਰਤਣਗੇ। ਤੇ ਉਹ ਕਾਂਗਰਸ ਲਫ਼ਜ਼ ਉਹਨਾਂ ਨੇ ਵਰਤਿਆ। ਉਹਨਾਂ ਨੇ ਪੰਜਾਬ ਲੋਕ ਕਾਂਗਰਸ ਆਪਣੀ ਪਾਰਟੀ ਦਾ ਨਾਂ ਦੱਸਿਆ, ਪਰ ਉਹ ਪੰਜਾਬ ਲੋਕ ਕਾਂਗਰਸ ਨਾਂ ਦੀ ਜਿਹੜੀ ਪਾਰਟੀ ਹੈ ਉਹਦੇ ਗਠਨ ਜਾਂ ਉਹਦੀ ਪੂਰੀ ਦੀ ਪੂਰੀ ਜਿਹੜੀ ਇੱਕ ਸਟਰਕਚਰ ਜਿਹੜਾ ਹੁੰਦਾ ਉਹਦੇ ਬਾਰੇ ਹਾਲੇ ਕੋਈ ਇਲਮ ਨਹੀਂ ਹੈ। ਸੋ ਜਿਹੜਾ ਇੱਕ ਬਹੁਤ ਵੱਡਾ ਇੱਕ ਦੋ ਅਖਬਾਰਾਂ ਨੇ ਲਿਖਿਆ ਜੀ ਕੈਪਟਨ ਅਮਰਿੰਦਰ ਦਾ ਦੀਵਾਲੀ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, ਤੇ ਮੈਨੂੰ ਲੱਗਦਾ ਇਹ ਕੋਈ ਸਿਆਸੀ ਧਮਾਕਾ ਹੈ, ਇਸ ਰੂਪ 'ਚ ਨਹੀਂ ਹੈ, ਇਹ ਕੋਈ ਬਹੁਤ ਵੱਡਾ ਪਟਾਕਾ ਨਹੀਂ ਹੈ। ਇਹ ਪਟਾਕਾ ਦੀਵਾਲੀ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਚਲਾਇਆ ਇਹ ਜਿੱਦਾਂ ਕਹਿੰਦੇ ਹੁੰਦੇ ਵੀ ਉਹ ਨਿਆਣੇ ਕਈ ਵਾਰੀ ਇੱਕ ਮੈਨੂੰ ਨਾਂ ਭੁੱਲ ਗਿਆ ਪਟਾਕੇ ਦਾ, ਉਹ ਕੰਧ ਜਿਹੀ 'ਚ ਮਾਰਦੇ ਹੁੰਦੇ ਆ ਤੇ ਉਹ ਚੱਲਦਾ ਹੀ ਨਹੀਂ, ਉਹ ਫੁੱਸ ਜਿਹਾ ਹੋ ਜਾਂਦਾ ਠੁੱਸ ਹੋ ਜਾਂਦਾ ਤੇ ਠੁੱਸ ਜਿਹਾ ਹੋ ਜਾਂਦਾ। ਸਗੋਂ ਹਾਲੇ ਤਾਂ ਠੁੱਸ ਹੀ ਦਿਖਾਈ ਦੇ ਰਿਹਾ ਤੇ ਲੱਗਦਾ ਨਹੀਂ ਹੈ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਉਹਨਾਂ ਦੀ ਇਸ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਜੁੜਨਗੇ। ਤੇ ਅਗਲਾ ਸਵਾਲ ਹੈ ਕਿ ਇਹਦੇ 'ਚ ਲੋਕ ਕਿੰਨੇ ਕੁ ਹੋਣਗੇ ਜਾਂ ਲੋਕ ਜਿਹੜੇ ਜਿਹਦੇ 'ਚ ਨਾਂ ਰੱਖਿਆ ਉਹਨਾਂ ਨੇ ਲੋਕ ਤੇ ਲੋਕਾਂ ਦੇ ਹਿੱਤ ਕਿੰਨੇ ਕੁ ਜੁੜੇ ਹੋਣਗੇ, ਕਿਉਂਕਿ 50 ਸਾਲਾਂ ਦੇ ਉਹਨਾਂ ਦੇ ਸਿਆਸੀ ਜੀਵਨ ਦੇ ਵਿੱਚ ਉਹਨਾਂ ਦੀ ਟੋਟਲ ਪੋਲਿਟਿਕਸ ਦੇ ਵਿੱਚ ਲੋਕ ਮੰਨਫੀ ਰਹੇ ਆ। ਤੇ ਬਹੁਤਾ ਨਾ ਵੀ 50 ਸਾਲ ਦਾ ਚੀਰ ਫਾੜ ਕਰੀਏ ਤਾਂ 9.5 ਸਾਲ ਜਿਹੜੇ ਉਹ ਮੁੱਖ ਮੰਤਰੀ ਰਹੇ ਆ ਉਹਦੇ 'ਚ ਵੀ ਉਹਨਾਂ ਦੀ ਰਾਜਨੀਤੀ ਦੇ ਵਿੱਚ ਜਾਂ ਹਕੂਮਤ ਦੇ ਦੌਰਾਨ ਲੋਕ ਕਿਤੇ ਨਹੀਂ ਸੀ, ਉਹ ਲੋਕਾਂ ਦੇ ਬੰਨੀ ਪਿੱਠ ਕਰਕੇ ਖੜੇ ਰਹੇ ਨੇ। ਤੇ ਹੁਣ 80 ਸਾਲ ਦੀ ਉਮਰ ਦੇ ਵਿੱਚ ਆਪਣੀ ਪਾਰਟੀ ਦਾ ਨਾਂ ਲੋਕ ਕਾਂਗਰਸ ਰੱਖ ਕੇ ਕਿੰਨਾ ਕੁ ਲੋਕਾਂ ਦੇ ਭਲੇ ਲਈ ਉਹ ਕੰਮ ਕਰ ਸਕਦੇ ਆ, ਇਹਦੇ ਤੇ ਵੱਡਾ ਕੁਐਸਚਨ ਮਾਰਕ ਰਹੇਗਾ ਜੀ। ਜੀ ਦੂਜੇ ਪਾਸੇ ਦਸਾਂਝ ਸਾਹਿਬ, ਸਿਆਸਤ ਜਿਹੜੀ ਆ ਵਾਕਿਆ ਹੀ ਇਹ ਇੰਨੀ ਗੁੰਝਲਦਾਰ ਪਹੇਲੀ ਆ ਕਿ ਇਹਦੀ ਸਮਝ ਆਮ ਲੋਕਾਂ ਨੂੰ ਤੇ ਕੀ ਆਉਣੀ। ਮੈਨੂੰ ਲੱਗਦਾ ਕਈ ਚੰਗੇ ਭਲੇ ਜਰਨਲਿਸਟ ਵੀ ਟਪਲਾ ਖਾ ਜਾਂਦੇ ਆ। ਕੱਲ੍ਹ ਤੱਕ ਲੱਗਦਾ ਸੀਗਾ ਇੰਨਾ ਪਾੜਾ ਹੋਵੇ ਚਰਨਜੀਤ ਚੰਨੀ ਦਾ ਤੇ ਨਵਜੋਤ ਸਿੱਧੂ ਦਾ
ਕਿ ਉਹ ਇੰਨਾ ਵੱਡਾ ਬਿਆਨ ਦੇ ਦੇਣ ਆਪਣੀ ਹੀ ਪਾਰਟੀ ਦੇ ਖਿਲਾਫ ਵੀ ਇਹ ਲੋਲੀਪੌਪ ਦੇ ਰਹੇ ਆ, ਇਹ ਨਾ ਕੁਝ ਮਤਲਬ ਸਿੱਧੇ ਤੌਰ ਤੇ ਕਿ ਇੱਕ ਆਪੋਜੀਸ਼ਨ ਤੋਂ ਵੀ ਗਾਂਹ ਟੱਪ ਕੇ ਗੱਲ ਉਹਨਾਂ ਕਰ ਦਿੱਤੀ ਸੀਗੀ। ਤੇ ਕੁਝ ਹੀ ਘੰਟਿਆਂ ਬਾਅਦ ਉਹ ਇਕੱਠੇ ਇੱਕੋ ਹੈਲੀਕਾਪਟਰ 'ਚ ਕੇਦਾਰਨਾਥ ਜਾਂਦੇ ਆ। ਔਰ ਹੈਰਾਨੀ ਇਸ ਗੱਲ ਦੀ ਵੀ ਆ ਕਿ ਰਾਣਾ KP ਸਿੰਘ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ, ਉਹਨਾਂ ਦਾ ਵੀ ਕਾਫੀ ਰੋਲ ਦੱਸਿਆ ਜਾ ਰਿਹਾ ਇਸ ਗੇਮ ਦੇ ਵਿੱਚ। ਔਰ ਉਸ ਤੋਂ ਬਾਅਦ ਉਹ ਇਕੱਠੇ ਹਰੀਸ਼ ਰਾਵਤ ਦੇ ਘਰ ਜਾਂਦੇ ਆ, ਫਿਰ ਉਹ ਕੇਦਾਰਨਾਥ ਜਾਂਦੇ ਆ, ਫਿਰ ਪੰਜਾਬ 'ਚ ਵੀ ਕੋਈ ਉਹਨਾਂ ਦੀ ਮੀਟਿੰਗ ਇਕੱਠਿਆਂ ਦੀ ਹੁੰਦੀ ਆ, ਤੇ ਆਲ ਵੈਲ ਵਾਲੀ ਗੱਲ ਜਿਹੜੀ ਆ ਉਹ ਬਾਹਰ ਨਿਕਲ ਕੇ ਆਉਂਦੀ ਆ। ਇਹ ਸਿਆਸਤ ਆਪਾਂ ਤਾਂ ਕਿਸੇ ਨਾਲ ਜਦੋਂ ਨਾਰਾਜ਼ਗੀ ਦੋ ਸ਼ਬਦਾਂ ਦੀ ਹੋ ਜਾਂਦੀ ਆ ਤੇ ਕਈ ਕਈ ਸਾਲ ਰਿਸ਼ਤੇਦਾਰੀਆਂ 'ਚ ਲੋਕ ਨਹੀਂ ਬੋਲਦੇ। ਤੇ ਇਹ ਸਿਆਸਤ ਬੜੀ ਡੂੰਘੀ ਜੀ ਗੇਮ ਆ, ਇਹਦੀ ਸਮਝ ਨਹੀਂ ਆਉਂਦੀ ਕਿ ਇੱਕ ਦਿਨ ਕੁਝ ਰੁੱਖ ਹੋਰ ਹੁੰਦਾ, ਇੰਨਾ ਹਮਲਾਵਰ ਰੁੱਖ ਸਿੱਧੇ ਤੌਰ ਤੇ ਨਿੱਜੀ ਅਟੈਕ, ਤੇ ਦੂਜੇ ਦਿਨ ਆਲ ਵੈਲ ਵੀ ਹੋ ਜਾਂਦਾ, ਤੇ ਫਿਰ ਉਹਨਾਂ ਦੀ ਇਦਾਂ ਲੱਗਦਾ ਕਿ ਉਹਨਾਂ 'ਚ ਗੱਲ ਹੀ ਕੋਈ ਨਹੀਂ ਸੀ। ਇਹ ਸਿਆਸਤ ਹੈ ਜਾਂ ਕੁਝ ਹੋਰ ਕੀ ਹੈ? ਇਹਦੀ ਸਮਝ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਇਹ ਉੱਥੋਂ ਪਰੇ ਦੀ ਸਮਝ ਹੈ, ਸਾਡੀ ਸਮਝ ਤੋਂ ਦੂਰ ਦੀ ਗੱਲ। ਇੱਕ ਵਾਰੀ ਬਹੁਤ ਦੇਰ ਦੀ ਗੱਲ ਹੈ, 1.5 ਸਾਲ ਪਹਿਲਾਂ ਇੱਕ ਡਿਬੇਟ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਦੇ ਉੱਤੇ, ਤੇ ਉਹਦੇ 'ਚ ਕਨ੍ਹਈਆ ਕੁਮਾਰ ਉਸ ਡਿਬੇਟ 'ਚ ਸੀ। ਕਨ੍ਹਈਆ ਕੁਮਾਰ ਯੰਗ ਲੀਡਰ ਹੈ ਹੁਣ ਤਾਂ, ਉਹ ਵੀ ਕਾਂਗਰਸ ਪਾਰਟੀ ਚਲਾ ਗਿਆ। ਤੇ ਜਦੋਂ JNU ਦਾ ਉਹ ਪ੍ਰੈਜ਼ੀਡੈਂਟ ਹੁੰਦਾ ਸੀ, ਤੇ ਕਾਫੀ ਜਾਣੀ ਉਦੋਂ ਵਿਰੋਧੀ ਧਿਰ ਦੀ ਭੂਮਿਕਾ ਜਿਹੜੇ ਆ ਉਹ ਵਿਦਿਆਰਥੀ ਹੀ ਨਿਭਾ ਰਹੇ ਸੀ ਪਾਰਟੀ ਦੇ ਵਿੱਚ। ਅੱਜ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਕਿਸਾਨ ਹੈ। ਤੇ ਕਨ੍ਹਈਆ ਕੁਮਾਰ ਦੀ ਮੈਂ ਡਿਬੇਟ ਸੁਣ ਰਿਹਾ ਸੀ, ਤੁਹਾਡੀ ਇਹ ਗੱਲ ਕਰਦਾ ਮੈਨੂੰ ਯਾਦ ਆ ਗਈ, ਮੈਂ ਉਹਨਾਂ ਗੱਲ ਜੋੜਨੀ ਚਾਹੁੰਦਾ। ਤੇ ਉਹ ਨਰਿੰਦਰ ਮੋਦੀ ਬਾਰੇ ਸਵਾਲ ਹੋ ਰਿਹਾ ਸੀ। ਉਹਦੇ ਭਾਰਤੀ ਜਨਤਾ ਪਾਰਟੀ ਦੀ ਹੀ ਇੱਕ ਤਰਜਮਾਨ ਉਹਦੇ ਨਾਲ ਬਹਿਸ ਕਰ ਰਹੀ ਸੀ, ਤੇ ਉਹ ਝੂਠ ਦੀ ਗੱਲ ਚੱਲ ਰਹੀ ਸੀ, ਝੂਠ ਦੀ। ਤੇ ਕਨ੍ਹਈਆ ਕੁਮਾਰ ਦਾ ਮੈਨੂੰ ਯਾਦ ਹੈ ਜੁਮਲਾ, ਉਹ ਕਹਿੰਦਾ ਵੀ ਝੂਠ ਦੀ ਗੱਲ ਤਾਂ ਇਹ ਹੈ ਵੀ ਜੇ ਕਿਤੇ ਸਾਹਮਣੇ ਨਰਿੰਦਰ ਮੋਦੀ ਆ ਰਹੇ ਹੋਣ ਤੇ ਰਸਤੇ 'ਚ ਝੂਠ ਖੜਾ ਹੋਵੇ, ਤੇ ਨਰਿੰਦਰ ਮੋਦੀ ਨੂੰ ਦੇਖ ਕੇ ਝੂਠ ਜਿਹੜਾ ਆ ਰਸਤਾ ਬਦਲ ਜਾਂਦਾ ਹੈ। ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹ ਉਹਨੇ ਟਿੱਪਣੀ ਕੀਤੀ ਵੀ ਜੇ ਕਿਤੇ ਨਰਿੰਦਰ ਮੋਦੀ ਸਾਹਮਣੇ ਆ ਰਹੇ ਹੋਣ ਤੇ ਇੱਧਰ ਝੂਠ ਖੜਾ ਹੋਵੇ, ਵੀ ਝੂਠ ਸ਼ਰਮਿੰਦਾ ਹੋ ਕੇ ਰਾਹ ਹੀ ਬਦਲ ਜਾਂਦਾ, ਵੀ ਮੇਰੇ ਤੋਂ ਵੀ ਵੱਡਾ ਝੂਠ ਆ ਰਿਹਾ। ਏਦਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਇਹ ਕਾਂਗਰਸ ਪਾਰਟੀ ਦੀ ਸਿਆਸਤ ਦੇ ਵਿੱਚ ਮੈਂ ਗਿਰਗਿਟ ਸ਼ਬਦ ਵਰਤਣਾ ਚਾਹੁੰਦਾ ਇਸ ਹਵਾਲੇ ਦੇ ਨਾਲ ਹੀ, ਵੀ ਜੇ ਕਿਤੇ ਗਿਰਗਿਟ ਆਉਂਦਾ ਹੋਵੇ ਨਾ ਸਾਹਮਣੇ ਖੜਾ ਹੋਵੇ ਤੇ ਇਹ ਦੇਖ ਕੇ ਨਵਜੋਤ ਸਿੰਘ ਸਿੱਧੂ ਨੂੰ, ਤੇ ਸੱਚਮੁੱਚ ਉਹ ਗਿਰਗਿਟ ਵੀ ਰਾਹ ਬਦਲ ਜਾਵੇ। ਇੰਨੇ ਰੰਗ ਬਦਲੇ ਆ, ਕਮਾਲ ਦੀ ਗੱਲ ਹੈ। ਇਹ ਵਿੱਚ ਹੀ ਚਰਨਜੀਤ ਚੰਨੀ, ਮਤਲਬ ਸਮਝ ਹੀ ਨਹੀਂ ਆਈ ਵੀ ਐਡਾ ਐਡਾ ਅਜੀਬ ਤਮਾਸ਼ਾ 12 ਘੰਟੇ ਵੀ ਨਹੀਂ ਲੰਘੇ, 12 ਘੰਟੇ ਵੀ ਨਹੀਂ, 10 ਘੰਟੇ 8 ਘੰਟੇ ਵੀ ਨਹੀਂ ਲੰਘੇ। ਸ਼ਾਮੀ ਪ੍ਰੈਸ ਕਾਨਫਰੰਸ ਖਤਮ ਕੀਤੀ ਹੋਣੀ ਆ ਹਿੰਦੂ ਮਹਾਸਭਾ ਦੀ, ਉਹ ਫੰਕਸ਼ਨ ਤੋਂ ਬਾਅਦ ਅਸ਼ਵਨੀ ਸ਼ੇਖੜੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਪਹਿਲਾਂ ਜੋ ਕੁਝ ਬੋਲੇ ਉਹ ਸੰਯੁਕਤ ਹਿੰਦੂ ਮਹਾਸਭਾ ਦੇ ਉਸ ਫੰਕਸ਼ਨ ਦੇ ਵਿੱਚ, ਉਹ ਓਪਨ ਹੈ, ਠੋਕ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੋਈ ਕਸਰ ਨਹੀਂ ਛੱਡੀ ਜਾਣੀ। ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਸ਼ਵਨੀ ਸ਼ੇਖੜੀ ਬੋਲੇ, ਤੇ ਇੱਕ ਅਖੀਰ 'ਚ ਬੋਲੇ ਨਵਜੋਤ ਸਿੰਘ ਸਿੱਧੂ, ਤੇ ਉਹ ਵੀ ਪੂਰਾ ਭਾਸ਼ਣ ਕੀਤਾ। ਕੋਈ ਕਸਰ ਹੀ ਨਹੀਂ ਛੱਡੀ ਆਪਣੀ ਹੀ ਸਰਕਾਰ ਨੂੰ ਭੰਡਣ ਦੇ ਵਿੱਚ। ਲੋਲੀਪੌਪ ਤੱਕ ਗਿਆ ਸਾਰਾ ਕੁਝ। ਅਸੀਂ ਕੱਲ ਇੱਥੇ ਥੋੜੀ ਗੱਲ ਕੀਤੀ ਸੀ, ਤੇ ਸ਼ਾਮ ਜੇ ਨੂੰ ਖਬਰ ਆਈ ਬਈ ਪ੍ਰਗਟ ਸਿੰਘ ਹੋਰਾਂ ਦੇ ਘਰੇ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਦੀ ਮੀਟਿੰਗ ਹੋਈ ਹੈ। ਤੇ ਫਿਰ ਦੇਰ ਰਾਤ ਤੱਕ ਪਤਾ ਲੱਗਾ ਵੀ ਉੱਥੇ ਚਰਨਜੀਤ ਸਿੰਘ ਚੰਨੀ ਹੋਰੀ ਵੀ ਉੱਥੇ ਪਹੁੰਚ ਗਏ, ਤੇ ਇਹਨਾਂ ਦੀ ਫੇਰ ਮੀਟਿੰਗ ਹੋਈ। ਉੱਥੇ ਬੈਠ ਕੇ ਇਹਨਾਂ ਨੇ ਜੀ ਕੇਦਾਰਨਾਥ ਦੀ ਯਾਤਰਾ ਪਿਓਤ ਲਈ, ਤੇ ਸਵੇਰੇ ਉੱਠਦਿਆਂ ਹੀ ਇਹ ਚਲੇ ਗਏ ਉੱਤਰਾਖੰਡ ਨੂੰ, ਦੇਹਰਾਦੂਨ ਗਏ। ਦੇਹਰਾਦੂਨ ਜਾ ਕੇ ਪਹਿਲਾਂ ਤਾਂ ਹਰੀਸ਼ ਰਾਵਤ ਨੂੰ ਮਿਲੇ, ਸਾਬਕਾ ਜਿਹੜੇ ਇੰਚਾਰਜ ਕਾਂਗਰਸ ਦੇ ਪੰਜਾਬ ਦੇ, ਤੇ ਉੱਤਰਾਖੰਡ ਦੇ ਵਿੱਚ ਉਹ ਤਾਲ ਠੋਕ ਰਹੇ ਨੇ, ਕਾਂਗਰਸ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਹੋਣਾ ਚਾਹੁੰਦੇ ਨੇ। ਤੇ ਉੱਥੇ ਜਾ ਕੇ ਕਈ ਗੱਲਾਂ ਗੁੱਲਾਂ ਕਰਕੇ ਤੇ ਬਾਅਦ 'ਚ ਹਰੀਸ਼ ਰਾਵਤ ਨੇ ਕਿਹਾ ਆਲ ਇਜ਼ ਵੈਲ, ਤੇ ਫਿਰ ਇਹ ਕੇਦਾਰਨਾਥ ਦੀ ਯਾਤਰਾ ਤੇ ਗਏ, ਤੇ ਉੱਥੋਂ ਜੀ ਇਹਨਾਂ ਨੇ ਇਕੱਠਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਹੁਣ ਇਹਦੇ ਤੇ ਤੁਹਾਨੂੰ ਹੈਰਾਨੀ ਹੈ, ਮੈਨੂੰ ਹੈਰਾਨੀ ਹੈ, ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੈ ਕਿ ਹੋ ਕੀ ਰਿਹਾ। ਕੀ ਜਿੱਦਾਂ ਮੈਂ ਪਹਿਲਾਂ ਕੈਪਟਨ ਅਮਰਿੰਦਰ ਦੀ ਜਿਹੜੀ ਆਪਾਂ ਚਰਚਾ ਕਰ ਰਹੇ ਸੀ ਉਹਦੇ ਹਵਾਲੇ ਨਾਲ ਗੱਲ ਕੀਤੀ ਸੀ, ਵੀ ਕੀ ਇਹ ਸਾਰਾ ਕੁਝ ਹਾਈ ਕਮਾਂਡ ਦੀ ਸਹਿਮਤੀ ਨਾਲ ਹੋ ਰਿਹਾ ਹੈ? ਹਾਈ ਕਮਾਂਡ ਇਹਦੇ ਸਕ੍ਰਿਪਟ ਲਿਖ ਰਹੀ ਹੈ ਵੀ ਕਾਂਗਰਸ ਪਾਰਟੀ ਦੇ ਅੰਦਰ ਹੀ ਇੱਕ ਵਿਰੋਧੀ ਧਿਰ ਕਾਇਮ ਰੱਖਣੀ ਹੈ, ਤੇ ਐਂਟੀ ਇਨਕੰਬੈਂਸੀ ਜਿਹੜੀ ਹੈ ਉਹ ਵਿਰੋਧੀ ਧਿਰ ਜਿਹੜੀ ਕਾਂਗਰਸ ਦੇ ਅੰਦਰ ਹੀ ਹੈ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ, ਉਹ ਐਂਟੀ ਇਨਕੰਬੈਂਸੀ ਏਦਾਂ ਵਰਕ ਕਰੇ
ਵੀ ਉਹ ਜਿਹੜੀ ਵਿਰੋਧੀਆਂ ਨੂੰ ਵੋਟ ਜਾਣੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਫਿਰ ਕਾਂਗਰਸ ਨੂੰ ਪੈ ਜਾਵੇ। ਵੀ ਇਸ ਤਰ੍ਹਾਂ ਦੋ ਧੜੇ ਬਣਾ ਕੇ ਇਦਾਂ ਦੇ ਰੱਖਣੇ ਆ ਤੇ ਨਾਲ ਇਹਨਾਂ ਦਾ ਮੇਲ ਜੋਲ ਵੀ ਇਦਾਂ ਕਰਾਈ ਜਾਣਾ। ਵੀ ਇਹ ਸਕ੍ਰਿਪਟ ਜਿਹੜੀ ਹੈ ਲਿਖੀ ਹੋਈ ਹੈ ਹਾਈ ਕਮਾਂਡ ਨੇ, ਤੇ ਇਹਦੇ ਤੇ ਸਾਨੂੰ ਤੁਹਾਨੂੰ ਤਾਂ ਹੈਰਾਨੀ ਆ, ਲੋਕ ਹੈਰਾਨ ਨੇ, ਪਰ ਖੁਦ ਕਾਂਗਰਸ ਪਾਰਟੀ ਦੇ ਅੰਦਰੋਂ ਬੜੀ ਹੈਰਾਨੀ ਪ੍ਰਗਟ ਕੀਤੀ ਗਈ ਹੈ। ਰਵਨੀਤ ਬਿੱਟੂ ਨੇ ਬਕਾਇਦਾ ਟਵੀਟ ਕੀਤੀ ਕੇਦਾਰਨਾਥ ਦੀ ਫੋਟੋ ਜਿੱਥੇ ਇਕੱਠੇ ਦਿਖਾਈ ਦੇ ਰਹੇ ਆ, ਉਹਦੇ 'ਚ ਪੁੱਛਿਆ ਵੀ ਇਹ ਉੱਤਰਾਖੰਡ ਦੇ ਵਿੱਚ ਇਕੱਠੇ ਆ ਤੇ ਪੰਜਾਬ 'ਚ ਇਕੱਠੇ ਕਿਉਂ ਨਹੀਂ ਦਿਖਦੇ, ਪੰਜਾਬ 'ਚ ਯੂਨਾਈਟਿਡ ਫੇਸ ਕਿਉਂ। ਤੇ ਉਸ ਤੋਂ ਵੀ ਅੱਗੇ ਅੱਜ ਕੱਲ੍ਹ ਟਵੀਟ ਕਰਕੇ ਬੜੀ ਮਸ਼ਹੂਰੀ ਖੱਟ ਰਹੇ ਨੇ ਸੁਨੀਲ ਜਾਖੜ। ਉਹਦਾ ਭਲੇ ਲੋਕ ਨੇ, ਘੱਟ ਬੋਲਦੇ ਆ, ਕਿਸੇ ਦਾ ਨਾਂ ਨੂੰ ਵੀ ਨਹੀਂ ਲੈਂਦੇ, ਤੇ ਕੁਰਬਾਨੀ ਵੀ ਉਹਨਾਂ ਨੂੰ ਦੇਣੀ ਪਈ। ਲੜਾਈ ਕੈਪਟਨ ਅਮਰਿੰਦਰ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਦੀ, ਤੇ ਕੁਰਬਾਨ ਹੋ ਗਏ ਸੁਨੀਲ ਜਾਖੜ, ਕੁਰਸੀ ਉਹਨਾਂ ਦੀ ਚਲ ਗਈ। ਤੇ ਉਹ ਅੱਜ ਕੱਲ੍ਹ ਬੜੇ ਟਵੀਟ ਕਰ ਰਹੇ ਨੇ, ਕਈ ਦਿਨਾਂ ਤੋਂ ਟਵੀਟ ਕਰਦੇ ਨੇ ਹਰ ਮਸਲੇ ਦੇ ਉੱਤੇ। ਇਹਦੇ ਤੇ ਵੀ ਟਵੀਟ ਉਹਨਾਂ ਨੇ ਕੀਤਾ। ਉਹਨਾਂ ਨੇ ਬੜਾ ਮਜ਼ਾਹੀਆ ਲਹਿਜੇ 'ਚ ਕਿਹਾ ਵੀ ਇਹ ਜਿਹੜੇ ਨਾ ਚੰਨੀ ਤੇ ਨਵਜੋਤ ਸਿੰਘ ਸਿੱਧੂ ਇਹ ਸਿਆਸੀ ਤੀਰਥ ਯਾਤਰੀ ਹੈ। ਤੇ ਪਰ ਇਹ ਗਏ ਕਿਹਨੂੰ ਮਨਾਉਣ ਆ, ਕਿਹੜੇ ਰੱਬ ਨੂੰ ਇਹ ਮਨਾਉਣ ਗਏ ਆ ਉੱਥੇ ਕੇਦਾਰਨਾਥ ਦੀ ਯਾਤਰਾ ਦੇ ਉੱਤੇ। ਵੀ ਹਾਂ ਇਹ ਗਏ ਜ਼ਰੂਰ ਰੱਬ ਨੂੰ ਮਿਲਣ ਲਿਆ, ਆਪੋ ਆਪਣੇ ਰੱਬ ਨੂੰ ਮਿਲਣ ਗਏ ਆ, ਪਰ ਨਾਲ ਇੱਕ ਉਹਨਾਂ ਨੇ ਪੰਜਾਬੀ ਦੀ ਇੱਕ ਗੀਤ ਦੀ ਲਾਈਨ ਲਿਖਤੀ ਵੀ ਮੈਂ ਪੀਰ ਮਨਾਵਣ ਚੱਲੀ ਆ। ਇਹ ਸੁਨੀਲ ਜਾਖੜ ਨੇ ਲਿਖਿਆ ਵੀ ਮੈਂ ਪੀਰ ਮਨਾਵਣ ਚੱਲੀ ਆ, ਪਰ ਕਿਹੜੇ ਪੀਰ ਨੂੰ ਮਨਾਉਣ ਗਏ ਇਹ। ਵੀ ਕੀ ਉੱਥੇ ਸਿੱਧੂ ਨੂੰ ਮਨਾਇਆ ਜਾ ਰਿਹਾ ਉੱਤਰਾਖੰਡ 'ਚ ਜਾ ਕੇ, ਜਾਂ ਫਿਰ ਚੰਨੀ ਨੂੰ ਕੋਈ ਨਾ ਕੋਈ ਸਮਝਾਉਣੀ ਦਿੱਤੀ ਜਾ ਰਹੀ ਹੈ। ਸੋ ਇਹ ਤਾਂ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਉੱਠ ਖੜੀਆਂ ਹੋਈਆਂ ਨੇ। ਸੋ ਬਾਕੀ ਇਹਦੇ ਪਿੱਛੇ, ਪਰਦੇ ਦੇ ਪਿੱਛੇ ਹੋਰ ਕੀ ਕੁਝ ਹੈ ਕੀ ਨਹੀਂ, ਇੱਕ ਪਾਸੇ ਤਾਂ ਦੀਦਾ ਵੀ ਨਹੀਂ ਬਿਲਕੁਲ ਹੀ ਇਹਨਾਂ ਦਾ ਤਾਲਮੇਲ ਦੀ ਕੋਈ ਪੋਸੀਬਿਲਿਟੀ ਨਹੀਂ, ਤੇ ਇੱਕਦਮ ਹੀ ਕੂਣੀ ਮੋੜ ਜਿਹੜਾ ਮੁੜ ਕੇ ਜਿਹੜਾ ਫੇਰ ਇਸ ਤਰ੍ਹਾਂ ਸਾਰਾ ਕੁਝ ਦਿਖਾਈ ਦੇ ਰਿਹਾ, ਇਹ ਕਿਵੇਂ ਹੋ ਸਕਦਾ। ਅਸ਼ਵਨੀ ਸ਼ੇਖੜੀ ਦੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਉਹ ਅਸ਼ਵਨੀ ਸ਼ੇਖੜੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਚ ਜਾਣਾ ਹੀ ਵਾਲਾ ਸੀ, ਬਸ ਬਾਹੋਂ ਫੜ ਕੇ ਵਾਪਸ ਲਿਆਂਦਾ ਕੈਪਟਨ ਅਮਰਿੰਦਰ ਨੇ। ਉਹ ਅੱਜ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਵੱਡਾ ਖੈਰ ਖਵਾ ਬਣਿਆ ਹੋਇਆ। ਬਾਕੀ ਲੋਕਾਂ ਦੀ ਵੀ ਗੱਲ ਆਪਾਂ ਕਰ ਸਕਦੇ ਹਾਂ, ਰਾਣਾ ਸੋਢੀ ਦਾ ਜ਼ਿਕਰ ਕਰ ਸਕਦੇ ਹਾਂ। ਰਾਣਾ ਸੋਢੀ ਬਾਰੇ ਵੀ ਉਹਨੇ ਟਵੀਟ ਕੀਤਾ ਸੀ ਸੁਨੀਲ ਜਾਖੜ ਨੇ, ਜਦੋਂ ਰਾਣਾ ਸੋਢੀ ਨੇ ਰਾਹੁਲ ਗਾਂਧੀ ਨਾਲ ਜਾ ਕੇ ਉੱਥੇ ਮੁਲਾਕਾਤ ਕੀਤੀ ਤੇ ਫਿਰ ਉਹਦੇ ਘਰ ਜਿਹੜੇ ਆ ਚਰਨਜੀਤ ਚੰਨੀ ਗਏ, ਤੇ ਉਦੋਂ ਵੀ ਇਹਨੇ ਕੀਤੀ ਸੀ ਇੱਕ ਟਵੀਟ ਸੁਨੀਲ ਜਾਖੜ ਨੇ ਵੀ ਜਦੋਂ ਜਹਾਜ਼ ਡੁੱਬਦਾ ਨਾ ਤਾਂ ਸਭ ਤੋਂ ਪਹਿਲਾਂ ਚੂਹੇ ਦੌੜਦੇ ਆ। ਤੇ ਇਸ ਤਰ੍ਹਾਂ ਦਾ ਮਾਹੌਲ ਕਾਂਗਰਸ ਦੇ ਅੰਦਰ ਹੀ ਬਣਿਆ ਹੋਇਆ। ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਪਿਛਲੇ 6-7 ਮਹੀਨਿਆਂ ਤੋਂ ਜਿੰਨੀ ਵੀ ਚਰਚਾ ਆਪਾਂ ਕਰ ਰਹੇ ਹਾਂ, ਆਪਾਂ ਇਕੱਲੇ ਨਹੀਂ, ਸਾਰਾ ਮੀਡੀਆ ਪੰਜਾਬ ਦਾ ਉਹ ਕਾਂਗਰਸ ਦੀ ਹੀ ਚਰਚਾ ਕਰ ਰਿਹਾ ਹੈ। ਉਹ ਚਰਚਾ ਭਾਵੇਂ ਨੈਗੇਟਿਵ ਹੋਵੇ ਭਾਵੇਂ ਪੋਜ਼ਿਟਿਵ ਹੋਵੇ, ਇਹਦਾ ਮਤਲਬ ਹੈ ਕਿ ਕਾਂਗਰਸ ਹੀ ਸੱਤਾ 'ਚ ਹੈ, ਕਾਂਗਰਸ ਹੀ ਵਿਰੋਧੀ ਧਿਰ ਹੈ। ਤੇ ਜਿਹੜੀ ਅਸਲੀ ਵਿਰੋਧੀ ਧਿਰਾਂ ਹੈਗੀਆਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ, ਉਹ ਤੜਫ ਰਹੇ ਨੇ। ਉਹ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਕੁਝ ਆ ਰਿਹਾ ਹੋਏਗਾ ਕਿ ਸਾਨੂੰ ਸਪੇਸ ਕਿਉਂ ਨਹੀਂ ਮਿਲ ਰਹੀ, ਇਹ ਸਪੇਸ ਹੋਰ ਕਿਸੇ ਨੂੰ ਮਿਲ ਹੀ ਨਹੀਂ ਰਹੀ। ਇਹ ਵੀ ਆਪਣੇ ਆਪ ਦੇ ਵਿੱਚ ਸ਼ਾਇਦ ਕਾਂਗਰਸ ਪਾਰਟੀ ਦੇ ਪੱਖ 'ਚ ਜਾਂਦੀ ਗੱਲ ਦਿਖਾਈ ਦੇ। ਬਿਲਕੁਲ। ਔਰ ਮਤਲਬ ਇੱਦਾਂ ਲੱਗਦਾ ਹੈ ਕਿ ਜਿੱਦਾਂ ਇਹ ਕੋਈ ਪੋਲੀਟੀਕਲ ਗੇਮ ਦਾ ਇੱਕ ਦਾ ਹਿੱਸਾ ਹੁੰਦੀ ਹੈ ਇਹ ਚੀਜ਼ ਸਾਰੀ, ਕਿ ਇੱਕ ਦਿਨ ਤੁਹਾਨੂੰ ਲੱਗਦਾ ਹੈ ਕਿ ਦੂਜੇ ਕਿਨਾਰੇ 'ਤੇ ਖੜੇ ਲੋਕ ਦੂਜੇ ਦਿਨ ਆਪੋ 'ਚ ਜੱਫੀਆਂ ਪਾ ਲੈਂਦੇ ਨੇ, ਔਰ ਜਿਵੇਂ ਕਿ ਜਿਵੇਂ ਤੁਸੀਂ ਕਿਹਾ ਕਿ ਸਕ੍ਰਿਪਟ ਕਿਤੇ ਹੋਰ ਚੱਲ ਰਹੀ ਹੈ, ਲਿਖੀ ਹੋਈ ਆ, ਉਹਦੇ ਉੱਤੇ ਅਮਲ ਹੋ ਰਿਹਾ ਹੁੰਦਾ ਹੈ। ਅਤੇ ਜਿੱਦਾਂ ਮਿਲੀ ਭੁਗਤ ਦਾ ਰੌਲਾ ਪੈਂਦਾ ਰਿਹਾ ਪਹਿਲੇ ਦਿਨਾਂ ਤੋਂ ਹੀ, ਕਿ ਲੋਕਾਂ ਦੇ ਸਾਹਮਣੇ ਕੁਝ ਹੋਰ ਦਿਖਦੇ ਸੀ ਤੇ ਅੰਦਰ ਖਾਤੇ ਅਕਾਲੀ ਕਾਂਗਰਸੀ ਰਲੇ ਹੋਏ ਸੀ, ਅਫਸਰ ਬਦਲੇ ਨਹੀਂ, ਉੱਦਾਂ ਦਾ ਹੀ ਸਾਰਾ ਕੁਝ ਚੱਲਦਾ ਰਿਹਾ। ਤੇ ਹੁਣ ਇਹ ਵੀ ਇੱਕ ਕਿਸਮ ਦੀ ਮਿਲੀ ਭੁਗਤੀ ਕਹੀ ਜਾ ਸਕਦੀ ਆ ਵੀ ਇੱਕ ਪਾਸੇ ਤੁਸੀਂ ਲੋਕਾਂ ਨੂੰ ਕੁਝ ਦਿਖਾ ਰਹੇ ਹੋ, ਇੱਕ ਵਿਅਕਤੀ ਕਹਿ ਰਿਹਾ ਕਿ ਮੈਂ ਤੇ ਜੀ ਇਹ ਮੁੱਦਿਆਂ ਦੀ ਸਿਆਸਤ ਕਰਨੀ, ਉਤੋਂ ਲਾਂਭੇ ਜਾਣਾ ਹੀ ਨਹੀਂ, ਤੇ ਦੂਜੇ ਪਾਸੇ ਲੋਕ ਲਭਾਊ ਜੇ ਕੰਮ ਵੀ ਕਰੀ ਜਾ ਰਹੇ ਹੋ ਤੇ ਲੋਕਾਂ ਨੂੰ ਸ਼ੋਅ ਵੀ ਕਰੀ ਜਾ ਰਹੇ ਹੋ ਵੀ ਅਸੀਂ ਇਕੱਠੇ ਨਹੀਂ ਤੇ ਇੱਕ ਦਿਨ ਇਕੱਠੇ ਵੀ ਹੋ। ਮਤਲਬ ਇਹ ਜਿਹੜੀ ਇੱਕ ਸਿਆਸੀ ਖੇਡ ਹੈ, ਇਹ ਬੜੀ ਅਜੀਬ ਖੇਡ ਹੈ ਜੀ, ਵਾਕਿਆ ਹੀ ਬੜੀ ਸਮਝ ਤੋਂ ਪਰੇ ਦੀ ਗੱਲ ਹੈ, ਪਾਰ ਦੀ ਗੱਲ ਹੈ। ਪਹਿਲੀ ਵਾਰੀ ਇਹ ਦੇਖਿਆ ਜੀ ਇਸ ਤਰ੍ਹਾਂ ਦਾ ਮਾਹੌਲ, ਇਹ ਵਰਤਾਰਾ ਪਹਿਲੀ ਵਾਰ ਨਜ਼ਰ ਆ ਰਿਹਾ, ਅੱਗੇ ਕਦੀ ਨਹੀਂ ਹੋਇਆ। ਵੀ ਮਤਲਬ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਗੱਠਜੋੜ ਨੇ ਸ਼ਾਇਦ ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ
ਆਪਣੇ ਕੈਂਡੀਡੇਟਸ ਜਿਹੜੇ ਆ ਉਹ ਐਲਾਨ ਦਿੱਤੇ ਆ। 75-80% ਉਹਨਾਂ ਦੇ ਕੈਂਡੀਡੇਟ ਸਾਡੇ ਸਾਹਮਣੇ ਆ ਤੇ ਉਹ ਕੰਪੇਨ ਵੀ ਉਹਨਾਂ ਨੇ ਲਗਭਗ ਸ਼ੁਰੂ ਕਰ ਦਿੱਤੀ ਹੈ। ਤੇ ਪਿੱਛੇ ਉਹਨਾਂ ਨੇ ਬਕਾਇਦਾ ਯਾਤਰਾ ਵੀ ਕੀਤੀ ਜਿਹੜੀ ਉਹ ਅਟਾਰੀ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ। ਤੇ ਪਰ ਉਹਨੂੰ ਸਪੇਸ ਹੀ ਨਹੀਂ ਮਿਲ ਰਹੀ ਇੱਥੇ। ਸਾਡੇ ਕੋਈ ਅਖਬਾਰਾਂ ਦੇ ਵਿੱਚ ਜਾਂ ਕਿਸੇ ਮੀਡੀਆ ਦੇ ਵਿੱਚ ਕੋਈ ਗੱਲ ਹੀ ਨਹੀਂ ਕਰਦਾ ਉਹਨਾਂ ਦੀ। ਆਮ ਆਦਮੀ ਪਾਰਟੀ ਦਾ ਜਦੋਂ ਅਰਵਿੰਦ ਕੇਜਰੀਵਾਲ ਆ ਜਾਂਦੇ ਨੇ, ਮਹੀਨੇ ਚੋਂ 4 ਵਾਰੀ ਆ ਲਏ, 2 ਦਿਨ ਦੇ ਦੌਰੇ ਤੇ ਆਉਂਦੇ ਆ, ਤੇ ਉਹਨਾਂ ਨੂੰ ਜਿੰਨੀ ਸਪੇਸ ਮਿਲਣੀ ਚਾਹੀਦੀ ਹੈ ਉਨੀ ਕਿ ਮਿਲਦੀ, ਉਸ ਤੋਂ ਜ਼ਿਆਦਾ ਜਿਹੜੀ ਉਮੀਦ ਕਰਦੇ ਉਹ ਵੀ ਉਹਨਾਂ ਨੂੰ ਮਿਲਦੀ ਨਹੀਂ ਹੈ। ਤੇ ਸਿਰਫ ਸਪੇਸ ਜੇ ਮਿਲ ਰਹੀ ਆ ਸਾਡੇ ਇੱਥੇ ਮੀਡੀਆ ਦੇ ਵਿੱਚ, ਅਸੀਂ ਵੀ ਹੁਣ ਚਰਚਾ ਕਰ ਰਹੇ ਹਾਂ, ਉਹ ਜਾਂ ਚੰਨੀ ਦੀ ਜਿਹੜੀ ਇਮੇਜ ਬਿਲਡਿੰਗ ਦੀ ਜਿਹੜੀ ਕੋਸ਼ਿਸ਼ ਹੈ ਉਹਦੇ 'ਚ ਕਦੀ ਉਹ ਹਾਕੀ ਖੇਡਦੇ ਦਿਖਾਈ ਦਿੰਦੇ ਆ, ਕਦੀ ਕਿਤੇ ਦਿਖਾਈ ਦਿੰਦੇ ਆ। ਲੱਗਦਾ ਕਿ ਏਦਾਂ ਦਾ ਮੁੱਖ ਮੰਤਰੀ ਤਾਂ ਪੰਜਾਬ ਨੇ ਕਦੀ ਦੇਖਿਆ ਹੀ ਨਹੀਂ ਸੀ। ਤੇ ਦੂਜੇ ਬੰਨੇ ਜਾਂ ਫਿਰ ਸਪੇਸ ਮਿਲਦੀ ਆ ਨਵਜੋਤ ਸਿੰਘ ਸਿੱਧੂ ਨੂੰ, ਉਹ 4 ਦਿਨ ਚੁੱਪ ਰਹਿੰਦੇ ਆ ਤਾਂ ਜਿਹੜਾ ਚਰਨਜੀਤ ਸਿੰਘ ਚੰਨੀ ਛਾਏ ਰਹਿੰਦੇ ਆ ਵੀ ਹਾਂ ਵੀ ਚੰਨੀ ਨੇ ਫਲਾਨਾ ਕੰਮ ਕਰਤਾ, ਚੰਨੀ ਨੇ ਫਲਾਨਾ ਕਰਤਾ। ਕਰਨੇ ਤਾਂ ਉਹੀ ਕੰਮ ਸੀ ਜਿਹੜੇ ਕੈਪਟਨ ਅਮਰਿੰਦਰ ਨੇ ਵੀ ਕਰਨੇ ਸੀ ਨਾ ਦਿਨਾਂ ਦੇ ਵਿੱਚ। ਕੋਈ ਬਹੁਤ ਲੋਕਾਰੀ ਗੱਲ ਤਾਂ ਕੀਤੀ ਨਹੀਂ, ਪਰ ਸਿਰਫ ਇਹ ਹੈ ਕਿ ਉਹ ਲੋਕਾਂ ਦੇ ਵਿੱਚ ਵਿਚਰਨ ਦਾ ਜਿਹੜਾ ਇੱਕ ਢੰਗ ਤਰੀਕਾ, ਜਿਹੜਾ ਜਿਹਨੂੰ ਮੈਂ ਕਹਿੰਦਾ ਵੀ ਉਹ ਸ਼ਾਇਦ ਸਿਆਣਾ ਸਿਆਸਤਦਾਨ ਤੋਂ ਅੱਗੇ ਜਾ ਕੇ ਮੈਂ ਗੱਲ ਕਹਿੰਦਾ ਕਿ ਉਹ ਚਤੁਰ ਸਿਆਸਤਦਾਨ ਦੀ ਭੂਮਿਕਾ ਦੇ ਵਿੱਚ ਨੇ ਤੇ ਉਹਦੇ ਚੋਂ ਸਫਲ ਵੀ ਨੇ। ਉਹਨੇ ਦਿਨ ਉਹਦੀ ਦੇ ਆ ਤੇ ਜਦੋਂ ਫਿਰ 4-5 ਦਿਨਾਂ ਬਾਅਦ ਚੁੱਪ ਰਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਹਮਣੇ ਆਉਂਦੇ ਆ, ਫਿਰ ਨਵਜੋਤ ਸਿੰਘ ਸਿੱਧੂ ਦੱਸਣ ਲੱਗ ਪੈਂਦੇ ਮੀਡੀਆ ਦੇ ਵਿੱਚ। ਹੋਰ ਤਾਂ ਮੀਡੀਆ 'ਚ ਹੈ ਹੀ ਨਹੀਂ ਕੋਈ ਇੱਥੇ। ਸੋ ਲੋਕਾਂ ਦੇ ਮਨ 'ਚ ਵੀ ਬਾਰ-ਬਾਰ ਕਾਂਗਰਸ ਦੀ ਛਾਪ ਹੀ ਜਾ ਰਹੀ ਹੈ ਨਾ। ਇੱਕ ਪਾਸੇ ਜਾ ਰਹੀ ਆ ਵੀ ਲਓ ਜੀ ਚੰਨੀ ਉਹਨਾਂ ਨੇ ਕਮਾਲ ਕਰਤੀ, ਏਦਾਂ ਦਾ ਮੁੱਖ ਮੰਤਰੀ ਅਸੀਂ ਕਦੀ ਦੇਖਿਆ ਨਹੀਂ। ਅਸੀਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਰਗਾ ਦੇਖਿਆ ਸੀ ਜਿਹੜਾ ਲੋਕਾਂ ਨੂੰ ਕੀ ਮਿਲਣਾ ਸੀ ਉਹ ਆਪਣੇ ਮੰਤਰੀਆਂ ਨੂੰ ਨਹੀਂ ਸੀ ਮਿਲਦਾ। ਤੇ ਬਹੁਤ ਸ਼ਾਹਾਨਾ ਕਿਸਮ ਦਾ ਉਹਦੀ ਜੀਵਨ ਸ਼ੈਲੀ ਹੈ। ਉਹ ਤਾਂ ਜੀ ਮਤਲਬ ਦੇਰ ਮਤਲਬ ਸਵੇਰ ਨੂੰ ਉੱਠਦੇ ਨੇ ਤੇ ਆਪਣੇ ਸ਼ਾਮ ਨੂੰ ਆਪਣੀਆਂ ਮਹਿਫਲਾਂ ਲਾਉਂਦੇ ਨੇ। ਲੋਕਾਂ ਨਾਲ ਉਹਨਾਂ ਦਾ ਕੱਖ ਨਹੀਂ ਜੁੜਿਆ ਹੋਇਆ। ਤੇ ਦੂਜੇ ਬੰਨੇ ਏਦਾਂ ਦਾ ਮੁੱਖ ਮੰਤਰੀ ਦੇਖ ਲਿਆ ਸੀ ਜਿਹੜਾ ਮੁੱਖ ਮੰਤਰੀ ਲੱਗਦਾ ਹੈ ਕਿ ਉਹਦੇ ਸਾਹ ਲੋਕਾਂ ਦੇ ਵਿੱਚ ਹੈ ਤੇ ਉਹ ਇਮੇਜ ਬਿਲਡਿੰਗ 'ਚ ਰਹਿੰਦੇ ਨੇ 5-4 ਦਿਨ ਤੇ ਉਹ ਮੁੜ ਕੇ ਸਰਕਾਰ ਦੇ ਖਿਲਾਫ ਇੱਕ ਮਾਹੌਲ ਖੜਾ ਕਰਦੇ ਨੇ ਨਵਜੋਤ ਸਿੰਘ ਸਿੱਧੂ। ਤੇ ਉਹ ਮਾਹੌਲ ਦੇ ਵਿੱਚ ਫਿਰ ਲੋਕਾਂ ਨੂੰ ਲੱਗਦਾ ਵੀ ਸੱਚੀ ਗੱਲ ਹੈ ਵੀ ਅਸਲ ਮੁੱਦੇ ਤਾਂ ਹਾਲੇ ਤੱਕ ਛੋਏ ਨਹੀਂ ਗਏ। ਉਹ ਫਿਰ ਪਲੜਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਭਾਰੀ ਦਿਸਣ ਲੱਗ ਪੈਂਦਾ ਤੇ 10-12 ਘੰਟੇ ਬਾਅਦ ਹੀ ਦੋਨੋਂ ਇਕੱਠੇ ਦਿਸਣ ਲੱਗ ਪੈਂਦੇ ਨੇ ਧਾਰਮਿਕ ਯਾਤਰਾ ਤੇ ਗਏ ਹੋਏ। ਅਜੀਬ ਤਮਾਸ਼ਾ ਹੈ ਇਹ। ਇਹਦੇ 'ਚ ਇਹਦਾ ਮਤਲਬ ਹੈ ਕਿ ਬੜੇ ਪਲਾਂਟ ਤਰੀਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਹੋਰ ਸਾਜ਼ਿਸ਼ ਹੈ। ਮੂਰਖ ਪਹਿਲਾਂ ਵੀ ਬਣਾਉਂਦੇ ਰਹੇ ਨੇ ਸਿਆਸਤਦਾਨ। ਆਪ ਹੀ ਇਹ ਗੱਲ ਕਹੀ ਪ੍ਰੈਸ ਕਾਨਫਰੰਸ 'ਚ ਕਹੀ ਉਹਨੇ, ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਜਾਂ ਕਿਸੇ ਉੱਦਾਂ ਮਤਲਬ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਈ ਗੱਲ ਤਾਂ ਦੁਹਰਾਈ ਆ। ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਹੀ ਚੁੱਕੇ ਹਾਂ ਜਿਹੜੀ ਉਹਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਕਹੀ ਸੀ। ਉਹਨੇ ਪਰਸੋਂ ਵੀ ਇਹ ਗੱਲ ਦੁਹਰਾਈ ਵੀ ਇੱਕ ਜਿਹੜਾ ਅਭਿਨੇਤਾ ਆ ਜਾਨੀ ਜਿਹੜਾ ਐਕਟਰ ਆ ਉਹ 3 ਘੰਟੇ ਵਾਸਤੇ ਲੋਕਾਂ ਨੂੰ ਮੂਰਖ ਬਣਾਉਂਦਾ, ਸਿਆਸਤਦਾਨ ਤਾਂ ਉਮਰ ਸਾਰੀ ਉਮਰ ਮੂਰਖ ਬਣਾਉਂਦਾ। ਤੇ ਇਹਦਾ ਮਤਲਬ ਅਸੀਂ ਸਮਝ ਲਈਏ ਵੀ ਜੋ ਨਵਜੋਤ ਸਿੰਘ ਸਿੱਧੂ ਕਰ ਰਹੇ ਆ ਉਹ ਵੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਤਾਂ ਉਮਰ ਮੂਰਖ ਬਣਾਉਣ ਦੀ ਸਿਆਸਤ ਕਰ ਰਹੇ ਆ। ਸੋ ਆਹ ਸਾਰਾ ਕੁਝ ਚੱਲ ਰਿਹਾ ਜੀ। ਮਤਲਬ ਕਈ ਵਾਰੀ ਤਾਂ ਅਕੇਵਾਂ ਜਿਹਾ ਵੀ ਹੋ ਜਾਂਦਾ ਵੀ ਅਸੀਂ ਇਹਨਾਂ ਦੀਆਂ ਹੀ ਗੱਲਾਂ ਕਰੀ ਜਾਂਦੇ ਆ, ਇਹ ਸਾਨੂੰ ਮੂਰਖ ਬਣਾਈ ਜਾਂਦੇ ਆ। ਇੱਕ ਗੱਲ ਬੜੀ ਖਾਸ ਉਹਨਾਂ ਜਿਹੜਾ ਆਪਣੀ ਰੋਸ ਭਰੀ 7 ਸਫ਼ਿਆਂ ਦੀ ਚਿੱਠੀ ਲਿਖੀ ਆ, ਹੋਰ ਨੁਕਤੇ ਆਪਾਂ ਛੱਡ ਵੀ ਦਈਏ। ਇੱਕ ਗੱਲ ਉਹਨਾਂ ਨੇ ਆਪ ਹੀ ਇਨਕਸ਼ਾਫ ਕੀਤਾ ਤੇ ਮੰਨੀ ਕਿ ਮੇਰੀ ਕੈਬਨਿਟ ਦੇ ਵਿੱਚ ਕੁਝ ਵਿਅਕਤੀ ਰੇਤ ਮਾਫੀਆ ਵਾਲੇ ਵੀ ਸੀ ਜਿਨ੍ਹਾਂ ਨੂੰ ਦੁਬਾਰਾ ਇਸੇ ਕੈਬਨਿਟ 'ਚ ਰੱਖਿਆ ਗਿਆ ਤੇ ਮੈਂ ਪਾਰਟੀ ਦੇ ਤਨ ਮੁੱਖ ਰੱਖ ਕੇ ਉਹਨਾਂ ਦੇ ਬਾਰੇ ਕੁਝ ਕਰ ਨਹੀਂ ਸਕਿਆ। ਮੈਨੂੰ ਲੱਗਦਾ ਇਹ ਇਸ਼ਾਰਾ ਜਿਨ੍ਹਾਂ ਵੱਲ ਹੋਏਗਾ ਤੁਸੀਂ ਵੀ ਸਮਝਦੇ ਹੋ ਸ਼ਾਇਦ ਸੁਖ ਸਰਕਾਰੀਏ ਬਾਰੇ ਹੋਵੇ, ਕਿਉਂਕਿ ਬਹੁਤ ਨਜ਼ਦੀਕੀ ਇਹਨਾਂ ਦੀਆਂ ਸਾਂਝਾਂ ਸੀਗੀਆਂ ਪਹਿਲਾਂ। ਤੇ ਅੱਜ ਜਦੋਂ ਉਹ ਰੁਖਸਤ ਹੋ ਗਿਆ ਤੇ ਆਪ ਹੀ ਮੰਨ ਰਹੇ ਕਿ ਮੇਰੀ ਕੈਬਨਿਟ ਦੇ ਵਿੱਚ ਵੀ ਮਾਫੀਆ ਹੈਗੇ ਸੀਗੇ ਤੇ ਉਹਨਾਂ ਨੂੰ ਕੰਟੀਨਿਊ ਕਰ ਦਿੱਤਾ ਗਿਆ। ਮੈਂ ਪਾਰਟੀ ਹਿੱਤਾ ਕਰਕੇ ਬੋਲਿਆ ਨਹੀਂ। ਬੜੀ ਵੱਡੀ ਗੱਲ ਹੈ ਜੀ ਜੇ ਇਹਨੂੰ ਧਿਆਨ ਨਾਲ ਵੇਖੀਏ। ਇਸ ਖਬਰ ਨੂੰ ਪਤਾ ਨਹੀਂ ਹਾਈਲਾਈਟ ਕਿਸੇ ਨੇ ਕਰਨਾ ਕਿ ਨਹੀਂ ਕਰਨਾ। ਮੈਂ BBC ਤੋਂ ਇਹ ਖਬਰ ਚੁੱਕੀ, ਉਹਨਾਂ ਨੇ ਜ਼ਰੂਰ ਇਹ ਗੱਲ ਨੂੰ ਹਾਈਲਾਈਟ ਕੀਤਾ। ਭਾਰਤ ਦਾ ਮੀਡੀਆ ਜਿੱਦਾਂ ਕਰਦਾ ਕਿ ਕਈ ਇੰਪੋਰਟੈਂਟ ਚੀਜ਼ਾਂ ਛੱਡ ਦਿੰਦੇ ਆ, ਦੂਜੀ ਚੀਜ਼ ਕਰਦੇ ਆ। ਕੈਪਟਨ ਵੱਲੋਂ ਇਹ ਕਹਿਣਾ ਕਿ ਮੇਰੀ ਕੈਬਨਿਟ ਦੇ ਵਿੱਚ ਵੀ ਇੱਦਾਂ ਦੇ ਲੋਕ ਸੀ, ਉਹਨਾਂ ਨੂੰ ਕੰਟੀਨਿਊ ਕੀਤਾ ਗਿਆ। ਇੱਕ ਬੜੀ ਮਤਲਬ ਸਨਸਨੀਖੇਜ਼ ਖੁਲਾਸਾ ਨਹੀਂ ਹੈ? ਬਿਲਕੁਲ ਸਨਸਨੀਖੇਜ਼ ਖੁਲਾਸਾ। ਅਸਲ ਦੇ ਵਿੱਚ ਜਦੋਂ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਕਰਨ ਆਏ ਸੀ ਉਦੋਂ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਉਹਨਾਂ ਦੇ ਕੋਲ ਆਪਣੀ ਪੂਰੀ ਕੈਬਨਿਟ ਦੇ ਉਹਨਾਂ ਮੰਤਰੀਆਂ ਦੇ ਸਾਰੇ ਜਿਹੜੇ ਕੰਮ ਧੰਦੇ ਹੈਗੇ ਉਹਨਾਂ ਨਾਲ ਜੁੜੀਆਂ ਫਾਈਲਾਂ ਹੈਗੀਆਂ
ਉਹ ਹਾਲੇ ਵੀ ਉਹਨਾਂ ਨੇ ਓਪਨ ਨਹੀਂ ਕੀਤੀਆਂ ਵੀ ਉਦੋਂ ਓਪਨ ਕਰਨਗੇ, ਪਰ ਉਹਨਾਂ ਨੇ ਓਪਨ ਨਹੀਂ ਸੀ ਕੀਤੀਆਂ। ਉਦੋਂ ਆਪਾਂ ਇਹ ਕਹਿ ਰਹੇ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਫੇਰ ਤੋਂ ਉਹਨਾਂ ਦੀ ਕਾਂਗਰਸ ਹਾਈਕਮਾਨ ਦੀ ਕੋਸ਼ਿਸ਼ ਹੈ ਕਿ ਕੈਪਟਨ ਨੂੰ ਰੋਕ ਲਿਆ ਜਾਏ, ਉਧਰੋਂ ਸ਼ਾਇਦ ਹਦਾਇਤ ਹੋਈ ਹੈ ਵੀ ਹਾਲੇ ਰੁਕ ਜਾਓ, ਇਸ ਕਰਕੇ ਬਹੁਤੇ ਉਹ ਹਮਲਾਵਰ ਨਹੀਂ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ। ਹੁਣ ਜਿਹੜੇ ਅਸਤੀਫੇ ਦੇ ਵਿੱਚ ਉਹਨਾਂ ਨੇ ਲਿਖੀ ਹੈ ਇਹ ਗੱਲ, ਉਹਦੇ 'ਚ ਭਾਵੇਂ ਬਹੁਤੀ ਉਭਾਰ ਕੇ ਗੱਲ ਨਹੀਂ ਲਿਖੀ ਗਈ, ਦੱਬਵੀਂ ਸੁਰ 'ਚ ਲਿਖੀ ਗਈ। ਉਹਦਾ ਕਾਰਨ ਇਹੀ ਹੈ ਵੀ ਜਿਹੜਾ ਸਵਾਲ ਤੁਸੀਂ ਕਰਤਾ, ਜਾਂ ਮੀਡੀਆ ਵਾਲੇ ਇਸ ਗੱਲ ਨੂੰ ਜੇ ਚੱਕਣਗੇ ਤਾਂ ਉਹ ਇਹ ਪੁੱਛਣਗੇ ਤੁਸੀਂ ਕਾਹਦੇ ਮੁੱਖ ਮੰਤਰੀ ਸੀ, ਜੇ ਤੁਹਾਡੇ ਮੁੱਖ ਮੰਤਰੀ ਹੁੰਦਿਆਂ ਤੁਹਾਡੇ ਕੈਬਨਿਟ ਦੇ ਵਿੱਚ ਇਦਾਂ ਦੇ ਲੋਕ ਸੀ ਜਿਹੜੇ ਤੁਸੀਂ ਕਹਿੰਦੇ ਹੋ ਮਾਫੀਏ 'ਚ ਹੈ, ਤੇ ਹਾਲੇ ਵੀ ਉਹਨਾਂ ਨੂੰ ਲੈ ਲਿਆ ਗਿਆ ਦੁਬਾਰਾ ਵਜ਼ਾਰਤ ਵਿੱਚ ਵੀ ਲੈ ਲਿਆ ਗਿਆ, ਤਾਂ ਮਤਲਬ ਤੁਸੀਂ ਉਸ ਮਾਫੀਆ ਦਾ ਹਿੱਸਾ ਸੀ। ਤੁਹਾਨੂੰ ਪਤਾ ਹੁੰਦਿਆਂ ਹੋਇਆ, ਇਲਮ ਹੁੰਦਿਆਂ ਹੋਇਆ, ਇਹਦਾ ਮਤਲਬ ਹਿੱਸਾ ਪੱਤੀ ਚੱਲਦਾ ਹੈ। ਤੇ ਇਹ ਸਵਾਲ ਹੋਣੇ ਆ ਕੈਪਟਨ ਅਮਰਿੰਦਰ ਤੇ, ਇਸੇ ਕਰਕੇ ਸ਼ਾਇਦ ਉਹ ਫਾਈਲਾਂ ਫਰੋਲਦੇ ਜਨਤਕ ਕਰਦੇ ਕਰਦੇ ਰੁਕ ਗਏ ਨੇ। ਹੁਣ ਕੇਸ ਮਨਸ਼ਾ ਦੇ ਨਾਲ ਉਹਨਾਂ ਨੇ ਇਹ ਗੱਲ ਦੱਬਵੀਂ ਸੁਰ 'ਚ ਸਹੀ ਪਰ ਇਹ ਮੰਨੀ ਹੈ। ਇਹ ਤਾਂ ਹੁਣ ਆਉਂਦੇ ਦਿਨਾਂ ਦੇ ਵਿੱਚ ਜਦੋਂ ਕੋਈ ਮਾਰੋ ਮਾਰ ਹੋਏਗੀ, ਜਦੋਂ ਪਾਰਟੀ ਨੂੰ ਲਾਂਚ ਕਰਨਗੇ, ਪਾਰਟੀ ਬਣਾਉਣਗੇ, ਕਿਹੜੇ ਲੋਕ ਆਉਂਦੇ ਕਿਹੜੇ ਨਹੀਂ ਆਉਂਦੇ, ਫਿਰ ਦੋਨਾਂ ਪਾਸਿਆਂ ਤੋਂ ਆਤਿਸ਼ਬਾਜ਼ੀ ਹੋਏਗੀ। ਉਸ ਆਤਿਸ਼ਬਾਜ਼ੀ ਦੇ ਚੱਲਦਿਆਂ ਕੀ ਕੁਝ ਹੋਰ ਖੁਲਾਸੇ ਜਿਹੜੇ ਆ ਪ੍ਰਮਾਣ ਦੇ ਨਾਲ, ਤੱਥਾਂ ਦੇ ਨਾਲ ਸਾਡੇ ਸਾਹਮਣੇ ਹੋ ਸਕਦੇ ਆ। ਇਹ ਫਿਰ ਦੇਖਣਾ ਪਏਗਾ ਕਿ ਕਿੰਨੀ ਕੁ ਦਲੇਰੀ ਆ ਕੈਪਟਨ ਅਮਰਿੰਦਰ 'ਚ, ਜੇ ਉਹ ਇਹ ਦਲੇਰੀ ਦਿਖਾਉਂਦੇ ਆ ਤੇ ਆਪ ਕਿੰਨਾ ਕੁ ਘਿਰਦੇ ਆ ਵੀ ਤੁਸੀਂ ਕਿੱਥੋਂ ਫਿਰ ਸੱਚੇ ਸੁੱਚੇ ਹੋ ਗਏ। ਜੇ ਤੁਹਾਡੀ ਸਰਕਾਰ 'ਚ ਚੱਲਦਿਆਂ ਤੁਹਾਨੂੰ ਪਤਾ ਹੋਵੇ ਵੀ ਫਲਾਨਾ ਬੰਦਾ ਜਿਹੜਾ ਆ ਉਹ ਆਹ ਕੁਝ ਕਰ ਰਿਹਾ ਤੇ ਤੁਸੀਂ ਚੁੱਪ ਕਰਕੇ ਕੇਵਲ ਇਹ ਨਹੀਂ ਕੋਈ ਐਕਸ਼ਨ ਤਾਂ ਕੀਲਣਾ ਉਹਨੂੰ ਆਪਣੇ ਨਾਲ ਵਜ਼ਾਰਤ ਵਿੱਚ ਵੀ ਰੱਖੀ ਚੱਲੋ, ਇਹ ਕਿੱਦਾਂ ਦੀ ਕਹਾਣੀ ਹੈ। ਸੋ ਇਸ ਕਰਕੇ ਸਵਾਲ ਤਾਂ ਫਿਰ ਕੈਪਟਨ ਅਮਰਿੰਦਰ ਤੇ ਵੀ ਉੱਠਣੇ ਆ। ਇਸੇ ਗੱਲੋਂ ਸ਼ਾਇਦ ਹਾਲ ਫਿਲਹਾਲ ਉਹ ਬਹੁਤੀਆਂ ਚੀਜ਼ਾਂ ਓਪਨ ਨਹੀਂ ਕਰ ਰਹੇ ਜੀ। ਦਸਾਂਝ ਸਾਹਿਬ, ਤੁਸੀਂ ਕਹਿ ਰਹੇ ਹੋ ਨਾ ਕਿ ਸਵਾਲ ਉੱਠਣੇ ਆ ਔਰ ਪੱਤਰਕਾਰ ਸਵਾਲ ਪੁੱਛਣਗੇ ਉਹਨਾਂ ਨੂੰ। ਮੈਨੂੰ ਲੱਗਦਾ ਕਿ ਪੱਤਰਕਾਰਾਂ 'ਚ ਵੀ ਇੰਨਾ ਦਮਖਮ ਨਹੀਂ ਆ। ਜਿੱਦਾਂ ਹੁਣ ਉਹ ਕੈਪਟਨ ਸਾਹਿਬ ਆਪ ਹੁਣ ਸੀਐਮ ਤੇ ਹੈ ਨਹੀਂ ਵੀ ਉਹ ਫੜ ਕੇ ਕਿਸੇ ਨੂੰ ਅੰਦਰ ਕਰ ਦੇਣਗੇ ਜਾਂ ਉਹ ਕੋਈ ਇਸ ਤਰ੍ਹਾਂ ਦੀ ਗੱਲ ਕਰਨਗੇ। ਮੈਨੂੰ ਯਾਦ ਹੈ ਪਿਛਲੀ ਪ੍ਰੈਸ ਕਾਨਫਰੰਸ 'ਚ ਇੱਕ ਨੇ ਸਵਾਲ ਕੀਤਾ ਕਿ ਪ੍ਰਨੀਤ ਕੌਰ ਤੁਹਾਡੇ ਨਾਲ ਕਿਉਂ ਦਿਖਾਈ ਨਹੀਂ ਦੇ ਰਹੇ, ਤੇ ਉਹਨੇ ਬੜੇ ਉਹਨੂੰ ਝਾੜ ਕੇ ਕਹਿ ਦਿੱਤਾ ਕਿ ਪੁਲਿਸ ਵਾਲਾ ਸਵਾਲ ਤੁਸੀਂ ਕਰ ਰਹੇ ਹੋ। ਤੇ ਪੱਤਰਕਾਰ ਨੇ ਮੋੜ ਕੇ ਇਹ ਨਹੀਂ ਕਿਹਾ ਕਿ ਤੁਹਾਡਾ ਜਵਾਬ ਜਿਹੜਾ ਇਹ ਮੂਰਖਾਂ ਵਾਲਾ ਆ। ਮੇਰਾ ਸਵਾਲ ਪੁੱਛਣਾ ਹੱਕ ਬਣਦਾ। ਪੱਤਰਕਾਰ ਚੁੱਪ ਕਰਕੇ ਬਹਿ ਜਾਂਦੇ ਆ, ਦੁਬਕ ਜਾਂਦੇ ਆ, ਡਰ ਜਾਂਦੇ ਆ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜੁਰਤ ਕਿਤੇ ਪੱਤਰਕਾਰਾਂ 'ਚ ਵੀ ਹੈ ਨਹੀਂ ਕਿ ਤੁਸੀਂ ਸੱਚੀ ਗੱਲ ਨੂੰ ਹਾਈਲਾਈਟ ਕਰੋ। ਉਹਨੂੰ ਸਗੋਂ ਜਿੱਦਾਂ ਸਿਆਸਤਦਾਨ ਦਬਾਉਣਾ ਚਾਹੁੰਦੇ ਇੱਦਾਂ ਕਿਤੇ ਨਾ ਕਿਤੇ ਅਸੀਂ ਵੀ ਗੋਲ ਕਰ ਜਾਂਦੇ ਹਾਂ। ਹਾਂ ਨਹੀਂ, ਇਹ ਤਾਂ ਹੈ ਕਿਉਂਕਿ ਸਾਡੀ ਜਿਹੜੀ ਇੱਕ ਵਿਰਾਸਤ ਰਹੀ ਹੈ ਕੋਈ ਚੰਗੀ ਪੱਤਰਕਾਰਤਾ ਵਾਲੀ, ਉਹ ਤਾਂ ਖੁਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇੱਥੇ ਨਿੱਜ ਬਹੁਤਾ ਹਾਵੀ ਹੋ ਗਿਆ। ਬਹੁਤ ਜ਼ਿਆਦਾ ਜਿਹੜਾ ਮਤਲਬ ਇਹ ਨਹੀਂ ਕਿ ਕਈ ਪੱਤਰਕਾਰ ਜਿਹੜੇ ਆ ਉਹ ਕਈ ਵਾਰੀ ਬਹੁਤ ਹੀ ਅਜੀਬ ਜਿਹੀਆਂ ਗੱਲਾਂ ਵੀ ਕਰਦੇ ਆ, ਬਹੁਤ ਉੱਚੀ ਸੁਰ 'ਚ ਵੀ ਕਰਦੇ ਆ, ਤੇ ਉਹ ਪੱਤਰਕਾਰਤਾ ਦੀ ਮਰਿਆਦਾ ਨੂੰ ਭੰਗ ਵੀ ਕਰਦੇ ਆ ਕਈ ਪੱਤਰਕਾਰ ਏਦਾਂ ਦੀਆਂ ਬਹੁਤ ਉੱਚੀ ਸੁਰ 'ਚ ਗੱਲਾਂ ਕਰ ਕਰਕੇ। ਪਰ ਜਦੋਂ ਤੁਸੀਂ ਸੰਵਾਦ ਦੇ ਵਿੱਚ ਕੋਈ ਸਿਆਸੀ ਲੀਡਰ ਆਉਂਦਾ ਹੈ, ਉਹਦੇ ਨਾਲ ਜੇ ਤੁਸੀਂ ਗੱਲਬਾਤ ਕਰਦੇ ਹੋ ਤਾਂ ਉਹਦੇ 'ਚ ਇੱਕ ਤਹੱਮਲ ਵੀ ਬਹੁਤ ਲਾਜ਼ਮੀ ਚਾਹੀਦਾ ਤੇ ਉਹਦੇ 'ਚ ਇੱਕ ਤਰਕ ਵੀ ਚਾਹੀਦਾ। ਤੇ ਫਿਰ ਜੇ ਤੁਸੀਂ ਕੋਈ ਸਵਾਲ ਕਰ ਰਹੇ ਹੋ ਤੇ ਮੋੜਵੇਂ ਰੂਪ ਦੇ ਵਿੱਚ ਜੇ ਤੁਹਾਨੂੰ ਕੋਈ ਪੁਲਿਸ ਕੁਐਸਚਨ ਕਹਿੰਦਾ ਤਾਂ ਤੁਹਾਡਾ ਫਰਜ਼ ਬਣਦਾ ਹੈ ਕਹਿਣਾ ਕਿ ਸਾਡਾ ਕੰਮ ਸਵਾਲ ਕਰਨਾ ਸੀ, ਤੁਹਾਡਾ ਕੰਮ ਜਵਾਬ ਦੇਣਾ ਸੀ। ਜਵਾਬ ਨਾ ਦੇ ਕੇ ਸਾਨੂੰ ਪੁਲਿਸ ਕੁਐਸਚਨ ਕਹਿ ਕੇ ਸਗੋਂ ਤੁਸੀਂ ਮੂਰਖ ਵਾਲਾ ਵਿਹਾਰ ਕਰ ਰਹੇ ਹੋ, ਇਹ ਕਹਿਣ ਦੀ ਕੋਈ ਜ਼ਰੂਰਤ ਹੋਣੀ ਚਾਹੀਦੀ ਆ, ਪਰ ਉਹ ਨਹੀਂ ਹੈ, ਆਪਾਂ ਨੂੰ ਪਤਾ। ਤੇ ਪਰ ਇਹ ਆ ਵੀ ਸਾਡੇ ਓਵਰਆਲ ਸਾਡੀ ਜਿਹੜੀ ਪੱਤਰਕਾਰਤਾ ਚਾਹੇ ਉਹ ਦੇਸ਼ ਪੱਧਰ ਦੀ ਗੱਲ ਕਰ ਲਈਏ ਜਿਹਦੇ 'ਚ ਲਗਭਗ ਸਾਰਾ ਕੁਝ ਹੀ ਗੁਆਚਿਆ ਜਿਹਾ ਲੱਗਦਾ ਸਾਨੂੰ। 99% ਲਗਭਗ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਪੱਤਰਕਾਰਤਾ ਦੀਆਂ ਅਸਲ ਰਵਾਇਤਾਂ ਰਹੀਆਂ ਨੇ ਹੁਣ ਤੱਕ, ਉਹਦੇ ਉਲਟ ਸਾਰਾ ਕੁਝ ਵਾਪਰ ਰਿਹਾ ਹੈ। ਤੇ ਇੱਥੇ ਪੰਜਾਬੀ ਦੇ ਵਿੱਚ ਵੀ ਹੈ। ਦੂਜੀ ਗੱਲ ਹੈ ਕਿ ਜਿਹੜੀ ਨਵੇਂ ਲੋਕ ਆ ਰਹੇ ਨੇ ਉਹਨਾਂ 'ਚ ਉਹ ਉਸ ਕਿਸਮ ਦਾ ਜਿਹੜਾ ਇੱਕ ਅੱਗ ਹੋਣੀ ਚਾਹੀਦੀ ਹੈ, ਕੰਮ ਕਰਨ ਦੀ ਲਗਨ ਜਿਹੜੀ ਹੋਣੀ ਚਾਹੀਦੀ ਹੈ, ਪ੍ਰਤੀਬੱਧਤਾ ਹੋਣੀ ਚਾਹੀਦੀ ਹੈ, ਲੋਕਾਂ ਦੇ ਪ੍ਰਤੀ ਜਿਹੜੀ ਕਮਿਟਮੈਂਟ ਹੋਣੀ ਚਾਹੀਦੀ ਹੈ, ਉਹ ਮਨਫੀ ਹੈ ਕਿਤੇ ਨਾ ਕਿਤੇ। ਉੱਥੇ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕਹੀ ਹੈ ਕਿ ਸਾਡੀ ਕਮਿਟਮੈਂਟ ਲੋਕ ਨੇ, ਸਾਡੀ ਕਮਿਟਮੈਂਟ ਜਾਂ ਸਾਡੀ ਪ੍ਰਤੀਬੱਧਤਾ ਆਪਣੇ ਲੋਕਾਂ ਦੇ ਨਾਲ ਹੈ, ਸਾਡੀ ਧਿਰ ਲੋਕ ਨੇ। ਤੇ ਇੱਥੇ ਸਾਡੇ ਬਹੁਤੇ ਜਿਹੜੇ ਜਰਨਲਿਸਟ ਹੈਗੇ ਨੇ, ਮੈਂ ਕਿਸੇ ਦਾ ਨਾਂ ਲੈ ਕੇ ਨਹੀਂ ਕਹਿ ਰਿਹਾ, ਨਾ ਮੈਂ ਕਿਸੇ ਤੇ ਕੋਈ ਇਲਜ਼ਾਮ ਲਾ ਰਿਹਾ, ਪਰ ਮਜਬੂਰੀ 'ਚ ਬਹੁਤ ਸਾਰੇ ਲੋਕ ਜਿਹੜੇ ਕੰਮ ਕਰ ਰਹੇ ਨੇ, ਆਪਣੀਆਂ ਨੌਕਰੀਆਂ ਕਰ ਰਹੇ ਨੇ,
ਆਪਣੇ ਮੀਡੀਆ ਹਾਊਸ ਲਈ ਕੰਮ ਕਰ ਰਹੇ ਨੇ, ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ, ਤੇ ਉਹਨਾਂ ਦੇ ਆਪਣੇ ਇੰਟਰਸਟ ਨੇ, ਤੇ ਉਹਨਾਂ ਦੇ ਆਪਣੇ ਆਪਣੇ ਆਕਾ ਨੇ, ਤੇ ਉਹਦੇ ਮੁਤਾਬਕ ਉਹ ਬਿਹੇਵ ਕਰਦੇ ਨੇ ਜੀ। ਦਸਾਂਝ ਸਾਹਿਬ, ਥੋੜ੍ਹੀਆਂ ਜਿਹੀਆਂ ਜਿਮਨੀ ਚੋਣਾਂ ਦੇ ਰਿਜ਼ਲਟ ਆਏ ਆ, ਉੱਤੇ ਵੀ ਗੱਲ ਕਰ ਲਈਏ। ਬੀਜੇਪੀ ਨੂੰ ਕਰਾਰੀ ਹਾਰ ਮਿਲੀ ਹੈ ਸਭ ਪਾਸਿਓਂ, ਇੱਕ ਦੋ ਸਟੇਟਾਂ ਨੂੰ ਛੱਡ ਦਈਏ ਤਾਂ ਜੇ ਆਪਾਂ ਉਹਦਾ ਕੱਲੀ ਕੱਲੀ ਦਾ ਐਨਾਲਿਸਿਸ ਕਰਨ ਲੱਗੀਏ, ਤੇ ਜੇ ਇਕੱਲੇ ਬੰਗਾਲ ਦਾ ਹੀ ਵੇਖ ਲਈਏ ਤੇ 14.5% ਵੋਟਾਂ ਮਿਲੀਆਂ, 75% ਵੋਟਾਂ ਮਮਤਾ ਬੈਨਰਜੀ ਦੀ ਪਾਰਟੀ ਨੂੰ ਪਈਆਂ ਨੇ। ਤੇ ਹਿਮਾਚਲ ਨਾਲ ਲੱਗਵਾਂ ਆਪਣੇ ਪੰਜਾਬ ਦੇ, ਤੇ ਉੱਥੇ ਬੀਜੇਪੀ ਕਾਬਜ ਆ, ਤੇ 25% ਉਹਨਾਂ ਨੂੰ ਪਈਆਂ ਨੇ, 48% ਕਾਂਗਰਸ ਲੈ ਗਈ ਆ। ਰਾਜਸਥਾਨ 'ਚ ਉਹ ਜਿੱਤ ਗਏ, ਸਭ ਜਗ੍ਹਾ ਮਤਲਬ ਬੀਜੇਪੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਵੀ ਚਟਾਲਾ ਸੀਟ ਜਿੱਤ ਗਏ ਨੇ, ਅਹਿਮਦਾਬਾਦ ਵਾਲੀ ਹਰਿਆਣੇ 'ਚੋਂ, ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਉੱਥੇ ਵੀ ਆਪਣੀਆਂ ਸੀਟਾਂ ਨਹੀਂ ਬਚਾ ਸਕੇ। ਤੇ ਫਿਰ ਵੀ ਇੰਨੀ, ਮੈਂ ਅੱਗੇ ਵੀ ਕੁਐਸਚਨ ਕਾਲੋ ਸਾਹਿਬ ਨੂੰ ਵੀ ਕੀਤਾ ਸੀ, ਤੁਹਾਡੇ ਕੋਲ ਵੀ ਇਹਦਾ ਜਵਾਬ ਲੈ ਲੈਣਾ, ਵੀ ਜਾਂ ਤਾਂ ਇਹ ਬੀਜੇਪੀ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮੂਰਖ ਹੈ, ਤੇ ਜਾਂ ਫਿਰ ਇਹ ਪੂਰੇ ਇੰਨੇ ਕੌਨਫੀਡੈਂਟ ਨੇ ਕਿ ਗੱਲ ਹੀ ਕੋਈ ਨਹੀਂ, ਅਸੀਂ ਅਗਲੀਆਂ ਇਲੈਕਸ਼ਨਾਂ ਤੇ ਜਿੱਤ ਹੀ ਜਾਣੀਆਂ। ਸੰਕੇਤ ਹੁੰਦੀਆਂ ਨੇ ਜਿਮਨੀ ਚੋਣਾਂ ਵੀ ਲੋਕ ਤੁਹਾਡੇ ਬਾਰੇ ਕੀ ਸੋਚ ਰਹੇ ਨੇ, ਅਗਲੀਆਂ ਮੇਨ ਇਲੈਕਸ਼ਨ ਦੇ ਵਿੱਚ ਤੁਹਾਡਾ ਕੀ ਹਸ਼ਰ ਹੋਣ ਵਾਲਾ ਆ। ਇੰਨੇ ਸੰਕੇਤ ਮਿਲਣ ਦੇ ਬਾਵਜੂਦ ਵੀ ਇਹਨਾਂ ਦਾ ਇੰਨਾ ਅੜੀਅਲ ਤੇ ਜਿੱਦੀ ਰਵੱਈਆ ਕਿ ਇਹ ਟਸ ਤੋਂ ਮਸ ਨਹੀਂ ਹੋ ਰਹੇ। ਇਹਦੇ ਪਿੱਛੇ ਕੀ ਤੁਹਾਨੂੰ ਕਾਰਨ ਨਜ਼ਰ ਆਉਂਦੇ ਆ? ਦੇਖੋ, ਭਾਰਤੀ ਜਨਤਾ ਪਾਰਟੀ ਨੇ ਉਹ ਦਾਅਵਾ ਕਰੇਗੀ, ਉੱਥੇ ਬੜੇ ਜਸ਼ਨ ਮਨਾਏ ਗਏ ਜੀ ਮੱਧ ਪ੍ਰਦੇਸ਼ ਦੇ ਵਿੱਚ ਜਾਂ ਅਸਾਮ ਦੇ ਵਿੱਚ, ਵੀ ਲਓ ਜੀ ਦੇਖੋ ਜੀ ਸਾਨੂੰ ਫੇਰ ਤੋਂ ਉੱਥੇ ਲੋਕਾਂ ਨੇ ਚੁਣ ਲਿਆ। ਉਹ ਦੇਖੋ ਉੱਥੇ ਉਹਨਾਂ ਦੀਆਂ ਸਰਕਾਰਾਂ ਤੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਨੂੰ ਮੈਨੇਜ ਕਰਨ ਦੇ ਜਿਹੜੇ ਸਾਰੇ ਸਰਵਗੁਣ ਉਹਨਾਂ 'ਚ ਹੈਗੇ ਆ, ਤੇ ਉਹਦੇ ਮੁਤਾਬਕ ਉਹ ਮੈਨੇਜ ਕਰਦੇ ਆ ਸਾਰੀਆਂ ਚੀਜ਼ਾਂ। ਤੇ ਸਰਕਾਰਾਂ ਹੋਣ ਦੇ ਨਾਲ ਨਾਲ ਸਰਕਾਰੀ ਜਿੰਨੀ ਵੀ ਮਸ਼ੀਨਰੀ ਉਹਦੀ ਸਿਰੇ ਦੀ ਦੁਰਵਰਤੋਂ ਕਰਨ ਦੇ ਵੀ ਮਾਹਰ ਨੇ। ਸੋ ਉਹ ਕਹਿ ਸਕਦੇ ਨੇ ਵੀ ਹਾਂ ਦੇਖੋ ਜੀ ਅਸੀਂ ਦੇਖੋ ਮੱਧ ਪ੍ਰਦੇਸ਼ 'ਚ ਜਿੱਤ ਗਏ ਜੀ ਜਾਂ ਅਸਾਮ 'ਚ ਜਿੱਤ ਗਏ। ਪਰ ਹਿਮਾਚਲ ਵਰਗੇ ਸੂਬੇ ਦੇ ਵਿੱਚ ਜਿੱਥੇ ਤੁਸੀਂ ਵੋਟਾਂ ਦਾ ਪਰਸੈਂਟੇਜ ਵੀ ਦੱਸਿਆ ਵੀ 48% ਤੇ 25%, ਜਿੱਥੇ ਸਰਕਾਰ ਹੈ ਹਿਮਾਚਲ 'ਚ, ਤੇ ਉੱਥੇ ਬੜੀ ਦਿਲਚਸਪ ਗੱਲ ਇਹ ਹੈ ਕਿ ਜੈਰਾਮ ਠਾਕਰ ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਹੈ। ਉਹ ਜਦੋਂ ਹਾਰ ਗਏ, ਮੰਡੀ ਦੀ ਲੋਕ ਸਭਾ ਸੀਟ ਵੀ ਹਾਰ ਗਏ, ਜਿੱਥੇ ਸਾਬਕਾ ਚੀਫ ਮਿਨਿਸਟਰ ਜਿਹੜੇ ਉੱਥੋਂ ਦੇ ਹੈਗੇ ਆ ਕਾਂਗਰਸ ਪਾਰਟੀ ਦੇ, ਤੇ ਉਹਨਾਂ ਦੀ ਪਤਨੀ ਪ੍ਰਤਿਭਾ ਸਿੰਘ ਜਿੱਤੇ ਆ ਉੱਥੋਂ। ਤੇ ਉਹ ਜਦੋਂ ਹਾਰ ਗਏ ਤੇ ਜੈਰਾਮ ਠਾਕਰ ਦਾ ਜਿਹੜਾ ਬਿਆਨ ਹੈ ਬੜਾ ਕਮਾਲ ਦਾ, ਅਸੀਂ ਤਾਂ ਹਾਰੇ ਆ ਭਾਰਤੀ ਜਨਤਾ ਪਾਰਟੀ ਵਾਲੇ ਕਿ ਸਾਨੂੰ ਮਹਿੰਗਾਈ ਕਰਕੇ ਜਿਹੜਾ ਹੈ ਲੋਕ ਨਾਰਾਜ਼ ਸੀ ਸਾਡੇ ਤੋਂ, ਇਸ ਕਰਕੇ ਹਾਰੇ। ਜੇ ਇੱਕ ਸੂਬੇ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਉਹ ਇਹ ਕਹਿ ਰਿਹਾ ਕਿ ਅਸੀਂ ਮਹਿੰਗਾਈ ਕਰਕੇ ਹਾਰੇ ਆ, ਜੇ ਫਿਰ ਉਹ ਹਿਮਾਚਲ 'ਚ ਛੋਟੇ ਜਿਹੇ ਸੂਬੇ 'ਚ ਹਾਰ ਰਹੇ ਆ, ਤੇ ਫਿਰ ਮਹਿੰਗਾਈ ਨੇ ਜਿੰਨੀ ਤਰਥੱਲੀ ਮਚਾਈ ਸਾਰੇ ਦੇਸ਼ 'ਚ, ਫਿਰ ਇਹਨੂੰ ਇੰਪੋਜ਼ ਕਰ ਦਈਏ ਸਾਰੇ ਮੁਲਕ ਤੇ 2024 ਲਈ ਆਪਾਂ, ਕਿ ਕਿੱਥੋਂ ਬਚੇਗੀ ਨਰਿੰਦਰ ਮੋਦੀ ਦੀ ਸਰਕਾਰ? ਹਾਲੇ ਤਾਂ ਮਤਲਬ ਸਮਾਂ ਰਹਿੰਦਾ ਹੈ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਵੇਂ ਵੱਧ ਰਹੀਆਂ, ਪੰਜਾਬ ਦੇ ਪਤਾ ਨਹੀਂ ਕਿਹੜੇ ਏਰੀਆ 'ਚ ਮੈਂ ਖਬਰ ਪੜ੍ਹੀ ਵੀ 111 ਰੁਪਏ ਪਰ ਲੀਟਰ ਹੋ ਗਿਆ ਪੈਟਰੋਲ, ਤੇ ਰਾਜਸਥਾਨ ਦੇ ਵਿੱਚ 123 ਰੁਪਏ ਪਰ ਲੀਟਰ ਤੱਕ ਚਲਾ ਗਿਆ ਪੈਟਰੋਲ। ਤੇ ਮੈਂ ਕਿਤੇ ਇੱਕ ਰਿਪੋਰਟ ਪੜ੍ਹਦਾ ਸੀ ਵੀ ਇਹਨਾਂ ਦਿਨਾਂ 'ਚ ਅਗਲੇ ਸਾਲ 150 ਰੁਪਏ ਪਰ ਲੀਟਰ ਹੋ ਜਾਣਾ, ਤੇ ਜਿਸ ਹਿਸਾਬ ਨਾਲ ਇਹ ਵੱਧ ਰਿਹਾ ਪੈਟਰੋਲ ਤੇ ਡੀਜ਼ਲ, ਤਾਂ ਮੈਨੂੰ ਤਾਂ ਲੱਗਦਾ 4 ਮਹੀਨਿਆਂ ਤੱਕ ਹੀ ਇਹ 150 ਨੂੰ ਪਾਰ ਕਰ ਜਾਣਾ। ਤੇ ਉਹਦਾ ਅਸਰ ਸਾਰੇ ਮਤਲਬ ਸੈਕਟਰ ਤੇ ਪੈਂਦਾ, ਮਹਿੰਗਾਈ ਬਹੁਤ ਤੇਜ਼ੀ ਨਾਲ ਵੱਧਦੀ ਹੈ। ਸੋ ਇੱਕ ਵੱਖਰਾ ਮਸਲਾ, ਪਰ ਮੈਂ ਤੁਹਾਨੂੰ ਦੱਸਦਾ ਕਿ ਜੇ ਜੈਰਾਮ ਠਾਕਰੇ ਮੰਨਦਾ ਵੀ ਅਸੀਂ ਹਾਰੇ ਆ ਮਹਿੰਗਾਈ ਕਰਕੇ, ਤਾਂ ਇਹ ਤੇ ਫਿਰ ਸਾਰੇ ਦੇਸ਼ ਦੇ ਵਿੱਚ ਸਰਕਾਰ ਵੀ, ਹਾਲੇ ਕਿਸਾਨ ਅੰਦੋਲਨ ਦਾ ਆਪਾਂ ਚਰਚਾ ਕਰਨਾ ਵੀ ਕਿਸਾਨ ਅੰਦੋਲਨ ਨੇ ਕਿੱਡਾ ਅਸਰ ਪਾਇਆ ਹੋਏਗਾ। ਵੀ ਹਿਮਾਚਲ ਦੇ ਵਿੱਚ ਕਿਸਾਨ ਅੰਦੋਲਨ ਉਸ ਰੂਪ ਦੇ ਵਿੱਚ ਨਹੀਂ ਹੈ, ਪਰ ਉਹਦੇ ਬਾਵਜੂਦ ਜਿਹੜੇ ਸੇਬਾਂ ਦੇ ਜਿਹੜੇ ਮਸਲੇ ਦੇ ਉੱਤੇ ਸੇਬ ਉਤਪਾਦਕ ਜਿਹੜੇ ਹੈਗੇ ਉਹਨਾਂ ਨੂੰ ਜਿੰਨਾ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਗਿਆ, ਉੱਥੇ ਅਡਾਨੀਜ਼ ਤੇ ਅੰਬਾਨੀਜ਼ ਦੇ ਜਿਹੜੇ ਵੱਡੇ ਵੱਡੇ ਉਹਨਾਂ ਨੇ ਔਰਚਿਡ ਜਿਹੜੇ ਖਰੀਦੇ ਆ, ਤੇ ਉਹ ਆਪਣੀ ਮਰਜ਼ੀ ਦੇ ਨਾਲ ਭਾਅ ਦਿੰਦੇ ਆ, ਤੇ ਉਸ ਤੋਂ ਬਾਅਦ ਸੇਬ ਉਤਪਾਦਕ ਜਿਹੜਾ ਬਰਬਾਦ ਹੋਇਆ, ਉਹਦਾ ਵੀ ਇੱਕ ਰਿਐਕਸ਼ਨ ਅਸੀਂ ਦੇਖ ਸਕਦੇ ਹਾਂ ਮੰਡੀ ਲੋਕ ਸਭਾ ਤੇ 3 ਜਿਹੜੀਆਂ ਵਿਧਾਨ ਸਭਾ ਸੀਟਾਂ ਤੇ ਜਿਹੜੇ ਨਤੀਜੇ ਆਏ ਆ। ਫਿਰ ਰਾਜਸਥਾਨ ਦੇ ਵਿੱਚ ਵੀ ਹਾਰਨਾ ਭਾਰਤੀ ਜਨਤਾ ਪਾਰਟੀ ਦਾ, ਉਹ ਵੀ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦਾ ਇੱਕ ਪੂਰੇ ਦਾ ਪੂਰਾ ਅਸਰ ਦੇਖ ਸਕਦੇ ਆ। ਐਲਨਾਬਾਦ ਦੀ ਸੀਟ ਵੀ ਹਰਿਆਣੇ ਵਾਲੀ। ਸੋ ਉੱਤਰੀ ਭਾਰਤ ਦੇ ਵਿੱਚ ਤਾਂ ਇਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸਾਨ ਅੰਦੋਲਨ ਬਹੁਤ ਵੱਡੇ ਪੱਧਰ ਤੇ ਅਸਰਅੰਦਾਜ਼ ਹੋ ਰਿਹਾ ਹੈ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਵੇਵ ਬਣਦੀ ਦਿਖਾਈ ਦੇ ਰਹੀ ਹੈ।
ਜਿਹੜੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਵੱਡਾ ਨੁਕਸਾਨ ਕਰੇਗੀ ਭਾਰਤੀ ਜਨਤਾ ਪਾਰਟੀ ਦਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ। ਤੇ ਜੋ ਪੱਛਮੀ ਬੰਗਾਲ 'ਚ ਅਸੀਂ ਦੇਖਿਆ, ਜਿਸ ਮਾਰਜਨ ਦੇ ਨਾਲ ਉੱਥੇ ਤ੍ਰਿਣਮੂਲ ਕਾਂਗਰਸ ਜਿੱਤੀ ਹੈ, ਈਵਨ ਇੱਕ ਲੋਕ ਸਭਾ ਸੀਟ ਦਾਦਰਾ ਨਗਰ ਹਵੇਲੀ ਦੀ ਜਿਹੜੀ ਹੈ ਸ਼ਿਵ ਸੈਨਾ ਜਿੱਤ ਗਈ, ਸ਼ਿਵ ਸੈਨਾ ਲੋਕ ਸਭਾ ਦੀ ਸੀਟ ਜਿੱਤ ਗਈ। ਤੇ ਇਸ ਤੋਂ ਬਿਨਾਂ ਜਿਹੜਾ ਕਰਨਾਟਕਾ ਦੇ ਵਿੱਚ ਵੀ ਇੱਕ ਕਾਂਗਰਸ ਦੀ ਕਾਂਗਰਸ ਨੇ ਵੀ ਸੀਟ ਜਿੱਤ ਲਈ ਹੈ। ਤੇ ਰਾਜਸਥਾਨ ਦੇ ਵਿੱਚ ਦਾ ਆਪਾਂ ਜ਼ਿਕਰ ਕਰਦੇ ਹਾਂ, ਓਵਰਆਲ ਮਤਲਬ ਕਾਫੀ ਵੱਡੀ ਜਿਹੜੀ ਇੱਕ ਨਮੋਸ਼ੀਜਨਕ ਹਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹੈ। ਤੇ ਜਿਹੜੀ ਗੱਲ ਤੁਹਾਡੀ ਹੈ ਕਿ ਜਿਹੜੀ ਤੁਸੀਂ ਪੁੱਛਦੇ ਹੋ ਵੀ ਇਹ ਮੂਰਖ ਨੇ ਜਾਂ ਹੰਕਾਰੀ ਬਹੁਤ ਹੈ, ਤੇ ਮੈਨੂੰ ਲੱਗਦਾ ਕਿ ਦੋਨੋਂ ਚੀਜ਼ਾਂ ਦਾ ਰਲੇਵਾਂ ਜਿਹੜਾ ਹੈ ਇਸ ਵੇਲੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਸ਼ਖਸੀਅਤ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ। ਹੰਕਾਰ ਵੀ ਹੈ ਤੇ ਕੁਝ ਮੈਨੂੰ ਲੱਗਦਾ ਤੱਤ ਉਹ ਵੀ ਹੈਗੇ ਆ ਮੂਰਖਤਾ ਵਾਲੇ ਵੀ, ਜਿਹਦੇ ਕਰਕੇ ਸਾਰਾ ਕੁਝ ਦਿਖਾਈ ਦੇ ਰਿਹਾ ਕੰਧ ਤੇ ਲਿਖਿਆ ਹੋਇਆ, ਉਹਨੂੰ ਪੜ੍ਹਨਾ ਸ਼ਾਇਦ ਇਹ ਮੁਨਾਸਬ ਨਹੀਂ ਸਮਝ ਰਹੇ। ਦਸਾਂਝ ਸਾਹਿਬ, ਭਾਰਤ ਦੀ ਸਿਆਸਤ ਦੇ ਵਿੱਚ ਇੱਕ ਹੋਰ ਗੇਮ ਬੜੀ ਖੇਡੀ ਜਾਂਦੀ ਆ ਕਿ ਲੀਡਰਾਂ ਨੂੰ ਜੇ ਕੋਈ ਉਹਨਾਂ ਜਿਹੜੀਆਂ ਤਾਕਤ 'ਚ ਹੁੰਦੇ ਆ ਲੋਕ, ਉਹਨਾਂ ਦੇ ਖਿਲਾਫ ਕੋਈ ਬੋਲਣ ਦਾ ਯਤਨ ਕਰਦੇ ਆ ਆਪੋਜੀਸ਼ਨ ਵਾਲੇ ਜਾਂ ਖਾਸ ਕਰਕੇ ਖੇਤਰੀ ਪਾਰਟੀਆਂ, ਤੇ ਉਹ ਕਿਉਂਕਿ ਬੇਸਿਕਲੀ ਜਿਹੜੇ ਸਿਆਸਤਦਾਨ ਨੇ, ਭਾਵੇਂ ਕੋਈ ਕੇਂਦਰੀ ਹਕੂਮਤ ਵਾਲੀ ਪਾਰਟੀ ਹੋਵੇ, ਭਾਵੇਂ ਕੋਈ ਖੇਤਰੀ ਪਾਰਟੀ ਹੋਵੇ, ਚਾਹੇ ਰਾਸ਼ਟਰੀ ਪਾਰਟੀ ਹੋਵੇ, ਹੈ ਤੇ 19-21 ਦੇ ਫਰਕ ਨਾਲ ਲਗਭਗ ਸਾਰੇ ਹੀ ਲੋਕ ਕਰਪਟ ਨੇ। ਕੁਝ ਇੱਕ ਬੰਦਿਆਂ ਦੇ ਜੇ ਆਪਾਂ ਨਾਂ ਜਿੱਦਾਂ ਮਨਮੋਹਨ ਸਿੰਘ ਵਰਗਿਆਂ ਨੂੰ ਕੱਢ ਦਈਏ ਜਾਂ ਕੁਝ ਇੱਕ ਹੋਰ ਹੋ ਸਕਦੇ ਨੇ ਸਿਆਸਤ 'ਚ ਐਸੇ ਲੋਕ ਵੀ, ਪਰ ਜ਼ਿਆਦਾਤਰ ਲੋਕ ਇਹ ਕਰਪਟ ਨੇ ਤੇ ਗਲਤ ਢੰਗ ਨਾਲ ਪੈਸਾ ਇਕੱਠਾ ਕਰਦੇ ਨੇ, ਪਾਰਟੀ ਦੇ ਨਾਂ 'ਤੇ ਪੈਸਾ ਲੈਂਦੇ ਨੇ, ਔਰ ਮਨੀ ਲਾਉਂਡਰਿੰਗ ਦੇ ਕੇਸ 'ਚ ਅਕਸਰ ਹੀ ਫਸਦੇ ਰਹਿੰਦੇ ਨੇ ਕਿ ਪੈਸਾ ਕਿੱਥੋਂ ਆਇਆ, ਕਿਵੇਂ ਆਇਆ, ਤੇ ਜਿਹੜੇ ਉਹਨਾਂ ਦੇ ਰਿਸੋਰਸਿਸ ਹੁੰਦੇ ਨੇ ਉਹ ਤੋਂ ਵੱਧ ਜਾਇਦਾਦ। ਉਹ ਤਾਂ ਮੈਨੂੰ ਲੱਗਦਾ ਕਿ ਕਿਸੇ ਮਾੜੇ ਮੋਟੇ MLA ਨੂੰ ਵੀ ਵੇਖ ਲਿਆ ਕਰਨ ਕਿ ਜਦੋਂ ਉਹ ਚੁਣਿਆ ਜਾਣ ਤੋਂ ਪਹਿਲਾਂ ਕੀ ਸੀ ਤੇ 5 ਸਾਲਾਂ 'ਚ ਉਹਦੇ ਕੋਲ ਕੀ ਹੋ ਗਿਆ, ਤੇ ਕੋਈ ਓਲਾ ਰਹਿੰਦਾ ਨਹੀਂ। ਪਰ ਹੁਣ ਇਹ ਸਕੰਜਾ ਕੱਸਦੇ ਨੇ ਜਦੋਂ ਜਿਹੜੇ ਲੋਕ ਇਹਨਾਂ ਦੇ ਵਿਰੋਧੀ ਹੁੰਦੇ ਨੇ। ਮਹਾਰਾਸ਼ਟਰ 'ਚ ਪਹਿਲਾਂ ਦੇਸ਼ਮੁਖ ਨੂੰ ਅੰਦਰ ਕੀਤਾ ਹੋਇਆ, ਤੇ ਹੁਣ ਉਹ ਪਵਾਰ ਦਾ ਭਤੀਜਾ ਜਿਹੜਾ ਅਜੀਤ ਪਵਾਰ, ਉਹਦੀਆਂ ਕੋਈ ਜਾਇਦਾਦਾਂ ਜ਼ਬਤ ਕਰਨ ਦੀ ਗੱਲ ਚੱਲ ਰਹੀ। 1000 ਕਰੋੜ ਰੁਪਏ ਦੀ ਮਨੀ ਲਾਉਂਡਰਿੰਗ ਜਾਂ ਗਲਤ ਤਰੀਕੇ ਨਾਲ ਪੈਸਿਆਂ ਦਾ ਲੈਣ ਦੇਣ ਕਰਕੇ ਉੱਤੇ ਸਕੰਜਾ ਕੱਸ ਰਹੇ ਆ। ਮਾਇਆਵਤੀ ਚੁੱਪ ਕਰਾਈ ਹੋਈ ਆ ਇਹਨਾਂ ਡਰ ਕਰਕੇ, ਤੇ ਕਿਹਾ ਤੇ ਇਹ ਵੀ ਜਾਂਦਾ ਸੀ ਕਿ ਸਾਡੇ ਕੈਪਟਨ ਸਾਹਿਬ ਵੀ ਇਸੇ ਡਰੋਂ ਹੀ ਦੁਬਕ ਕੇ ਬੈਠੇ ਰਹੇ ਇੰਨਾ ਚਿਰ ਕਿ ਜੇ ਮੈਂ ਕੁਝ ਬੋਲਿਆ ਤੇ ਮੇਰੇ ਪਰਿਵਾਰ ਦੇ ਉੱਤੇ ਇਹਨਾਂ ਨੇ ਕੇਸ ਕੱਢ ਲੈਣੇ ਆ। ਇਹੋ ਹਾਲ ਦੂਜੀਆਂ ਪਾਰਟੀਆਂ ਦਾ ਹੈ। ਸੋ ਇੱਕ ਪਾਸੇ ਤੇ ਲੱਗਦਾ ਹੈ ਕਿ ਚੰਗਾ ਕਦਮ ਵੀ ਆ ਕਿ ਇਸ ਬਹਾਨੇ ਘੱਟੋ ਘੱਟ ਸਾਰਿਆਂ ਦਾ ਚਿਹਰਾ ਤੇ ਨੰਗਾ ਹੁੰਦਾ ਨਾ ਜਦੋਂ ਉਹ ਪਾਵਰ 'ਚ ਨਹੀਂ ਹੁੰਦੇ, ਵੀ ਇਹ ਲੋਕ ਵੀ ਏਡੇ ਸੱਚੇ ਸੁੱਚੇ ਤੇ ਹੈ ਨਹੀਂ ਗੇ। ਜਿੱਦਾਂ ਹੁਣ ਅਜੀਤ ਪਵਾਰ ਦੀ ਗੱਲ ਕਰ ਲਈਏ, ਦੇਸ਼ਮੁਖ ਦੀ ਕਰ ਲਈਏ, ਤੇ ਇਹਨਾਂ ਦਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਨਿਆਂ ਪ੍ਰਣਾਲੀ ਵੀ ਇਦਾਂ ਦੀ ਆ ਕਿ ਸੱਚੀ ਗੱਲ ਸਾਹਮਣੇ ਆਉਂਦੀ ਨਹੀਂ, ਤੇ ਏਜੰਸੀਆਂ ਉਦੋਂ ਐਕਟਿਵ ਹੁੰਦੀਆਂ ਨੇ ਜਦੋਂ ਸਰਕਾਰਾਂ ਚਾਹੁੰਦੀਆਂ ਨੇ, ਤੇ ਇਹ ਸਾਰਾ ਧੰਦਾ ਜਿਹੜਾ ਇਹ ਰਲ ਮਿਲ ਕੇ ਚੱਲਦਾ ਰਹਿੰਦਾ। ਤੇ ਇਹਦੇ ਤੋਂ ਮਤਲਬ ਲੋਕ ਕਿਸ ਤਰ੍ਹਾਂ ਮਤਲਬ ਇਹ ਜਾਣ ਸਕਣ, ਲੋਕਾਂ ਤੱਕ ਸੱਚਾਈ ਪਹੁੰਚੇ, ਇਹਦੇ ਲਈ ਕੋਈ ਲੋਕਤੰਤਰ 'ਚ ਵਿਧੀ ਵਿਧਾਨ ਹੈ ਕਿ ਇਹਨਾਂ ਚੀਜ਼ਾਂ ਤੋਂ ਸਰਕਾਰਾਂ ਨੂੰ ਜਾਂ ਜਿਹੜੇ ਤਾਕਤਵਰ ਲੋਕ ਨੇ ਉਹਨਾਂ ਨੂੰ ਰੋਕਿਆ ਜਾਵੇ ਵੀ ਉਹ ਇਦਾਂ ਦੇ ਗੇਮਾਂ ਨਾ ਕਰਨ? ਦੇਖੋ, ਜ਼ਰੂਰ ਹੈ ਕਿ ਜੋ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਉਹਦੇ ਖਿਲਾਫ ਇੱਕ ਐਕਸ਼ਨ ਤਾਂ ਲਾਜ਼ਮੀ ਹੈ, ਪਰ ਉਹ ਐਕਸ਼ਨ ਵਿਰੋਧੀਆਂ ਦੇ ਖਿਲਾਫ ਹੀ ਦਿਖਾਈ ਦਿੰਦਾ ਹੈ। ਤੇ ਇਹ ਹੁਣ ਜਿਹੜੇ ਲੋਕ ਪਿਛਲੇ 7.5 ਸਾਲ ਤੋਂ ਸੱਤਾ 'ਚ ਨੇ, ਇਹਨਾਂ ਨਾਲ ਜੁੜੇ ਹੋਏ ਲੋਕ ਕਿਹੜੇ ਘੱਟ ਨੇ ਇਦਾਂ ਦੇ, ਉਹ ਵੀ ਤਾਂ ਇਹੀ ਕੁਝ ਕਰਦੇ ਨੇ। ਤੇ ਪਰ ਉਹਨਾਂ ਦੇ ਖਿਲਾਫ ਕੁਝ ਨਹੀਂ ਹੁੰਦਾ, ਸਗੋਂ ਜਿਹੜੀ ਉਹ ਵਾਸ਼ਿੰਗ ਮਸ਼ੀਨ ਹੈ ਜਿਹਨੂੰ ਆਪਾਂ ਕਹਿੰਦੇ ਭਾਰਤੀ ਜਨਤਾ ਪਾਰਟੀ ਦੀ, ਅੱਜ ਹੀ ਅਜੀਤ ਪਵਾਰ ਜਾਂ ਅਨਿਲ ਦੇਸ਼ਮੁਖ ਜਿਹੜੇ ਆ ਉਹ ਮਾੜਾ ਜਿਹਾ ਸੰਕੇਤ ਦੇਣ ਵੀ ਅਸੀਂ ਆਉਂਦੇ ਆ ਤੁਹਾਡੇ ਵੱਲ ਨੂੰ, ਤੇ ਉਹਨਾਂ BJP ਦੀ ਵਾਸ਼ਿੰਗ ਮਸ਼ੀਨ 'ਚ ਜਾ ਕੇ ਜੀ ਉਹ ਬਿਲਕੁਲ ਸ਼ੁੱਧ ਹੋ ਕੇ ਨਿਕਲ ਆਉਣਗੇ। ਦੇਖੋ, ਇਹ ਜਿਹੜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ, ਇਹ ਡਰਾਉਣ ਦੀਆਂ, ਲੋਕਤੰਤਰ ਨੂੰ ਹੱਥ ਠੋਕਾ ਬਣਾਇਆ ਹੋਇਆ ਜਿਸ ਲੋਕਤੰਤਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਮਾਇਆਵਤੀ ਨੂੰ ਡਰਾ ਲਿਆ, ਉੱਥੇ ਯਾਦਵਾਂ ਨੂੰ, ਮੁਲਾਇਮ ਯਾਦਵ ਨੂੰ ਡਰਾ ਲਿਆ, ਕੈਪਟਨ ਨੂੰ ਡਰਾ ਲਿਆ। ਇਹ ਡਰਾਉਣ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ, ਇਹ ਲੱਗਦਾ ਹੁੰਦਾ ਜਿਹੜੇ ਲੋਕ ਹਕੂਮਤ 'ਚ ਹੁੰਦੇ ਆ ਵੀ ਹੁਣ ਸਾਡੇ ਕੋਲ ਸੱਤਾ ਹੈ ਤੇ ਇਹ ਸੱਤਾ ਦੀ ਵਰਤੋਂ ਦੁਰਵਰਤੋਂ ਕਰਕੇ ਇਹਨਾਂ ਨੂੰ ਡਰਾ ਲਓ ਤੇ ਜਿੰਨੀ ਦੇਰ ਤੱਕ ਸੱਤਾ ਕਾਇਮ ਰੱਖ ਸਕਦੇ ਆ ਰੱਖ ਲਓ। ਪਰ ਜਦੋਂ ਚੀਜ਼ਾਂ ਬਦਲ ਜਾਂਦੀਆਂ, ਜਦੋਂ ਸੱਤਾ ਬਦਲਦੀ ਹੈ, ਤੇ ਫਿਰ ਇਹ ਸਾਰਾ ਕੁਝ ਇਹਨਾਂ ਤੇ ਵੀ ਹੋਣ ਦੀ ਤਿਆਰੀ ਹੋ ਜਾਂਦੀ ਹੈ।
ਜੇ ਇਸ ਕਿਸਮ ਦੀ ਸਰਕਾਰ ਕੱਲ ਨੂੰ ਆ ਜਾਵੇ, ਜਿਹੜੀ ਸਰਕਾਰ ਜਿਹੜੀ ਆ ਉਹ ਐਂਟੀ ਬੀਜੇਪੀ ਹੋਵੇ, ਯਾਨੀ ਇੱਕੋ ਪਾਰਟੀ ਦੀ ਜਾਂ ਇੱਕ ਧਿਰ ਦੀ ਸਰਕਾਰ ਆ ਜਾਵੇ, ਤਾਂ ਉਹਨਾਂ ਨੇ ਕਿਹੜਾ ਬਖਸ਼ਣਾ ਫਿਰ ਇਹਨਾਂ ਨੂੰ, ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ। ਉਹ ਵੀ ਤਾਂ ਫਿਰ ਏਦਾਂ ਹੀ ਇਹ ਜਿਹੜੀਆਂ ਸੰਸਥਾਵਾਂ ਨੇ ਉਹਦੀ ਦੁਰਵਰਤੋਂ ਕਰਨਗੇ ਨਾ, ਵੀ ਹਾਂ ਵੀ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਆ ਉਹ ਕਿੱਦਾਂ ਕਿੱਥੋਂ 85 ਕਰੋੜ ਤੋਂ ਕਿੱਦਾਂ ਹਜ਼ਾਰਾਂ ਕਰੋੜ ਦਾ ਮਾਲਕ ਬਣ ਗਿਆ, ਉਹ ਨਹੀਂ ਪੁੱਛਣਗੇ। ਉਹ ਵੀ ਪੁੱਛਣਗੇ ਆ ਜਿਹੜਾ ਜਿਹੜਾ ਠੱਗ ਬਾਬਾ, ਜਿਹੜਾ ਕੀ ਨਾਂ ਇਹਦਾ, ਕੀ ਉਹ ਜਿਹੜਾ ਯੋਗਾ ਗੁਰੂ ਜਿਹਨੂੰ ਕਹਿੰਦੇ ਆ ਰਾਮਦੇਵ, ਵੀ ਉਹ ਕਿੱਦਾਂ ਹਜ਼ਾਰਾਂ ਕਰੋੜ ਦਾ ਮਾਲਕ ਬਣ ਗਿਆ। ਉਹ ਵੀ ਤਾਂ ਫਿਰ ਜੇਲ੍ਹ 'ਚ ਜਾਣਗੇ, ਉਹ ਦੂਜਾ ਆਸਾਰਾਮ ਸਾਬਤ ਹੋ ਜਾਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦੇਖੋ ਪਾਰਦਰਸ਼ਤਾ ਬੜੀ ਇੰਪੋਰਟੈਂਟ ਹੈ। ਜੇ ਤੁਸੀਂ ਸੱਚਮੁੱਚ ਇੱਕ ਸਾਫ਼ ਸੁਥਰਾ ਰਾਜ ਪ੍ਰਬੰਧ ਦੇਣਾ ਚਾਹੁੰਦੇ ਹੋ ਤੇ ਤੁਹਾਡੇ ਲਈ ਸਾਰੇ ਇੱਕੋ ਜਿਹੇ ਚਾਹੀਦੇ ਆ, ਸਾਰਿਆਂ ਤੇ ਤੁਸੀਂ ਆ ਜਾਓ ਨਾ। ਪਤਾ ਨਹੀਂ ਹੈਗਾ ਤੁਹਾਨੂੰ ਕੌਣ ਕੀ ਹੈ, ਜਿਹੜਾ ਤੁਹਾਡੇ ਨਾਲ ਆ ਉਹ ਤਾਂ ਬੜਾ ਮਤਲਬ ਦੁੱਧ ਧੋਤਾ ਆ, ਜੇਦੂ ਜਰਪਾ ਤੁਹਾਡੇ ਨਾਲ ਆ ਜਾਂਦਾ, ਮਤਲਬ ਇੱਕ ਵਾਰੀ ਬਾਗੀ ਹੋ ਜਾਂਦਾ ਤੇ ਤੁਸੀਂ ਕੱਢ ਲੈਂਦੇ ਉਹਦੇ ਖਿਲਾਫ ਹਥਿਆਰ ਹਥੂਰ ਤੇ ਮੁੜ ਕੇ ਫੇਰ ਉਹ ਆ ਜਾਂਦਾ ਤੁਹਾਡੇ ਨਾਲ, ਤਾਂ ਉਹ ਦੁੱਧ ਧੋਤਾ ਸਾਬਤ ਹੋ ਜਾਂਦਾ ਜੇਦੂ ਜਰਪਾ। ਇਹਦੇ ਬਾਕੀ ਜਿਹੜੇ ਐਨਡੀਏ ਦੇ ਪਾਰਟ ਹੈਗੇ ਆ, ਉਦੋਂ ਤੱਕ ਠੀਕ ਹੈ ਜਦੋਂ ਤੱਕ ਤੁਹਾਡੇ ਨਾਲ ਹੈ। ਮਾੜੀ ਜੀ ਚੂਕ ਕੀਤੀ ਤੇ ਉਹਨਾਂ ਨੂੰ ਫਿਰ ਤੁਸੀਂ ਚੱਕ ਕੇ ਜਿਹੜਾ ਉਹਨਾਂ ਤੇ ਈਡੀਆਂ ਬਿਠਾ ਦਿੰਦੇ ਹੋ, ਉਹਨਾਂ ਤੇ ਸੀਬੀਆਈ ਲਾ ਦਿੰਦੇ ਹੋ, ਡਰ ਜਾਂ ਭੈ ਦਿਖਾਉਂਦੇ ਹੋ। ਲੋਕਤੰਤਰ ਨੂੰ ਭੈ ਤੰਤਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਹੱਠ ਦੀ ਇੱਕ ਰਾਜਨੀਤੀ ਚੱਲ ਰਹੀ ਹੈ, ਤੇ ਸਾਰਿਆਂ ਨੂੰ ਦਬਾ ਕੇ ਚੱਲਾਂਗੇ ਤੇ ਧੱਕੇ ਨਾਲ ਇਸ ਮੁਲਕ ਤੇ ਰਾਜ ਕਰਾਂਗੇ, ਇਹ ਸਾਰਾ ਕੁਝ ਚੱਲ ਰਿਹਾ। ਗਾਜ਼ੀਪੁਰ ਇੱਕ ਘਟਨਾ ਫੇਰ ਹੋਈ ਹੈ ਜੀ, ਇੱਕ ਟਰੱਕ ਨੇ 6 ਵਿਅਕਤੀਆਂ ਨੂੰ ਕੁਚਲ ਦਿੱਤਾ। ਤੇ ਜਦੋਂ ਗਾਜ਼ੀਪੁਰ ਦਾ ਨਾਮ ਆਉਂਦਾ, ਕਿਉਂਕਿ ਗਾਜ਼ੀਪੁਰ ਬਾਰਡਰ ਦੇ ਉੱਤੇ ਵੀ ਕਿਸਾਨ ਬੈਠੇ ਹੋਏ ਆ, ਹਾਲਾਂਕਿ ਇਸ ਦਾ ਜਿਹੜਾ ਸਬੰਧ ਹੈ ਅਜੇ ਤੱਕ ਇਹ ਸਾਬਤ ਨਹੀਂ ਕਿ ਕਿਸਾਨਾਂ ਨਾਲ ਹੋਇਆ। ਕਿਹਾ ਜਾਂਦਾ ਹੈ ਕਿ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ 'ਚ ਲੋਕੀ ਕੋਈ ਚਾਹ ਪੀ ਰਹੇ, ਉਹਨਾਂ ਤੇ ਜਾ ਚੜਿਆ ਟਰੱਕ। ਇਹੋ ਜਿਹੀਆਂ ਘਟਨਾਵਾਂ ਨਿਤ ਦਿਨ ਵੱਧ ਰਹੀਆਂ ਨੇ। ਅਜੇ ਪਤਾ ਨਹੀਂ ਕੱਲ ਤੱਕ ਇਹ ਖਬਰ ਦਾ ਕੀ ਵਿਸਤਾਰ ਆਉਂਦਾ। ਜਦੋਂ ਗਾਜ਼ੀਪੁਰ ਦਾ ਨਾਮ ਆਉਂਦਾ ਤੇ ਕੰਨ ਜ਼ਰੂਰ ਖੜੇ ਹੋ ਗਏ ਕਿ ਕੀ ਇਹ ਘਟਨਾ ਅਚਾਨਕ ਕੋਈ ਘਟਨਾ ਹੈ ਜਾਂ ਕੋਈ ਇਹਦਾ ਲੈਣ ਦੇਣ ਕਿਸਾਨ ਦੀ ਜਥੇਬੰਦੀਆਂ ਨਾਲ ਵੀ ਚੱਲਦਾ ਜੀ? ਦੇਖੋ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਾ ਜੀ ਉਹ ਹੋਈਆਂ ਨੇ। ਉੱਥੇ ਟਿਕਰੀ ਬਾਰਡਰ ਵੀ ਹੋਈ ਤੇ ਉਹਦੇ ਤੇ ਵੀ ਕਿਸਾਨਾਂ ਨੇ ਕਿਹਾ ਵੀ ਇਹ ਸਾਜ਼ਿਸ਼ ਹੋ ਸਕਦੀ ਲਖੀਮਪੁਰ ਖੀਰੀ ਦੀ ਘਟਨਾ ਵਰਗੀ। ਹੁਣ ਇਹ ਗੱਲ ਠੀਕ ਹੈ ਤੁਹਾਡੀ, ਜਿਹੜੀ ਗਾਜ਼ੀਪੁਰ ਵਾਲੀ ਘਟਨਾ ਇਹਦੇ ਤੇ ਅਸੀਂ ਤੁਰਤ ਫੁਰਤ ਜਿਹੜਾ ਆ ਕੋਈ ਇਹ ਨਹੀਂ ਕਹਿ ਸਕਦੇ ਕਿ ਇਹ ਹਾਦਸਾ ਨਹੀਂ ਹੈ ਜੀ, ਇਹ ਜਾਣਬੁੱਝ ਕੇ ਅੰਜਾਮ ਦਿੱਤੀ ਗਈ ਘਟਨਾ। ਇਹਦੀ ਚਲੋ ਜਾਂਚ ਹੋਏਗੀ ਤਾਂ ਹੀ ਅਸੀਂ ਤੱਥਾਂ ਨਾਲ ਗੱਲ ਰੱਖਾਂਗੇ। ਪਰ ਇਹ ਆ ਵੀ ਜਿਹੜੀ ਹੁਣ ਇਹਦੇ ਤੋਂ ਇੱਕ ਗੱਲ ਤਾਂ ਪ੍ਰਮਾਣਿਤ ਹੁੰਦੀ ਹੈ ਨਾ ਵੀ ਜਿਹੜੀ ਕਿਸਾਨ ਇਹ ਕਹਿ ਰਹੇ ਸੀ ਵੀ ਤੁਸੀਂ ਠੀਕ ਹੈ ਰਸਤੇ ਜਿਹੜੇ ਖੋਲਣੇ ਆ ਖੋਲੋ, ਪਰ ਉਹ ਇੰਨੇ ਰਸਤੇ ਖੋਲੋ ਵੀ ਜਿਹਦੇ ਨਾਲ 2 ਵੀਲਰਸ ਜਾ ਸਕਣ, ਕੋਈ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਮੈਡੀਕਲ ਦੀਆਂ ਉਹ ਫੁੱਲਫਿਲ ਹੋ ਸਕਣ, ਐਂਬੂਲੈਂਸ ਜਾ ਸਕੇ, ਪਰ ਵੱਡੇ ਵਹੀਕਲਸ ਨਾ ਲੰਘਣ ਦਿੱਤੇ ਜਾਣ, ਨਹੀਂ ਤਾਂ ਫਿਰ ਹਾਦਸੇ ਵੱਡੇ ਪੱਧਰ ਤੇ ਹੋ ਸਕਦੇ ਆ। ਤੇ ਇਹ ਜ਼ਰੂਰ ਇਹਦੇ ਤੋਂ ਪਤਾ ਲੱਗਦਾ ਹੈ ਕਿ ਜੇ ਸੱਚਮੁੱਚ ਓਪਨ ਕਰ ਦਿੱਤੀਆਂ ਜਾਣ ਸਾਰੀਆਂ ਸੜਕਾਂ ਉੱਥੇ, ਤੇ ਫਿਰ ਉੱਥੇ ਜਿਹੜੇ ਕਿਸਾਨ ਬੈਠੇ ਨੇ ਤੇ ਉਹਨਾਂ ਦੀ ਜਾਨ ਤੇ ਵੱਡੇ ਖਤਰੇ ਖੜੇ ਹੋ ਜਾਣਗੇ। ਕਿਉਂਕਿ ਫਿਰ ਆਵਾਜਾਈ ਜਿਹੜੀ ਆ ਜਿਹੜੇ ਭਾਰੀ ਵਾਹਨ ਹੈ ਉਹਨਾਂ ਦੀ ਵੀ ਹੋ ਜਾਣੀ ਹੈ ਸ਼ੁਰੂ, ਤੇ ਉਹਦੇ ਨਾਲ ਹਾਦਸੇ ਬਹੁਤ ਵੱਡੇ ਪੱਧਰ ਤੇ ਵਾਪਰ ਸਕਦੇ ਆ। ਜਦ ਕਿ ਹੁਣ ਵੀ ਜਿੱਦਾਂ ਇਹ ਹਾਦਸਾ ਵਾਪਰਿਆ ਗਾਜ਼ੀਪੁਰ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਉਦੋਂ ਵੀ ਲੱਗਦਾ ਹੈ ਕਿ ਜਿੱਥੇ ਲੋਕ ਬੈਠੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋ ਕੇ ਬੈਠਣ ਦੀ ਜ਼ਰੂਰਤ ਹੈ। ਪਰ ਕਿੱਥੇ ਕਿੰਨਾ ਕੋਈ ਸੁਚੇਤ ਹੋ ਸਕਦਾ ਹੈ? ਹਾਦਸੇ ਵਾਪਰ ਜਾਂਦੇ ਆ ਤੇ ਕੁਝ ਜਾਣਬੁੱਝ ਕੇ ਵੀ ਅੰਜਾਮ ਦਿੱਤੇ ਜਾਂਦੇ ਆ, ਪਰ ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਇਸ ਹਾਦਸੇ ਬਾਰੇ ਕੋਈ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ। ਪਰ ਤਕਲੀਫ ਹੈ, ਦੁੱਖ ਹੈ, ਤੇ ਜਿਹੜੇ ਲੋਕ ਫੌਤ ਹੋ ਗਏ ਨੇ ਉਹਨਾਂ ਵਾਸਤੇ ਵੀ ਬਹੁਤ ਅਫਸੋਸ। ਜੀ ਦਸਾਂਝ ਸਾਹਿਬ, ਸਮਾਂ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ ਨਵੀਆਂ ਖਬਰਾਂ ਦੇ ਨਾਲ। ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ।